वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है कि सतगुरु बहुत लंबी यात्रा 12-13 सालों की यात्रा करके मक्के काबे तो होंदे श्रीलंका तो होंदिया ढाका बंगाला मान सरोवर सुमेर पर्वत 9 खंडां दा भरमण करदे जदों सतगुरु वापस भरत खंड आए ने। भरत खंड तो भाव जिन्हों असी पंजाब कहने आ जां जिहड़ा अज दा पाकिस्तान है जम्मू है, इसे नूं भरत खंड आखे। इत्थे सतगुरु पहुँचे ने। सतगुरु लाहौर जम्मू सुल्तानपुर लोधी होंदियां तलवंडी आए। तलवंडी गुरु पातशाह जी की अपनी जन्म भूमि है। सतगुरु जी का पुश्तैनी नगर है। पर इत्थे आके भी सतगुरु घर नहीं गए। मनोरथ यही सी कि माता पिता नूं जो बहबल ने उन्होंने मिलन का अवसर दे दिता जाए, वो मिल लैन, यही उन्हां दी भावना सी, यही उन्हां दा मकसद सी, मनोरथ सी। इसे करके वो घर नहीं गए। भाई मरदाना जी जे गए ने 2 घड़ियां वो अपने घर रुके ने। एक घड़ी उन्होंने पिता मेहता कल्याण दास दे घर बतीत की है।
ਹੁਣ ਇਹਦੇ ਤੋਂ ਜਨਨੀ ਮਾਂ ਤ੍ਰਿਪਤਾ ਨੂੰ ਸਮਝ ਆ ਗਈ ਕਿ ਭਾਵੇਂ ਮਰਦਾਨਾ ਦੱਸਦਾ ਤੇ ਨਹੀਂ ਹੈ, ਪਰ ਇੰਨੇ ਸਾਲਾਂ ਬਾਅਦ ਆਇਆ ਤੇ ਆਪਣੇ ਘਰ ਇੱਕ ਦਿਨ ਵੀ ਨਹੀਂ ਰੁਕਿਆ। ਹੁਣ ਇਹ ਕੀ ਹੈ? ਇਹ ਇੰਟੈਲੀਜੈਂਸ ਹੀ ਹੈ। ਇਹ ਇੱਕ ਰਾਤ ਵੀ ਨਹੀਂ ਰੁਕਿਆ। ਇਹ ਬੜੀ ਛੇਤੀ ਕਿਉਂ ਮੁੜਨਾ ਚਾਹੁੰਦਾ ਹੈ? ਇਹਦਾ ਅਰਥ ਇਹ ਇਕੱਲਾ ਨਹੀਂ ਹੈ, ਇਹ ਮੇਰੇ ਪੁੱਤਰ ਨਾਨਕ ਦੇ ਨਾਲ ਹੀ ਆਇਆ ਹੈ। ਜੋ ਮਾਂ ਦੇ ਕੋਲ ਥੋੜਾ ਬਹੁਤਾ ਕੋਈ ਛਕਣ ਛਕਾਉਣ ਲਈ ਕੋਈ ਬਣਿਆ ਪਦਾਰਥ ਸੀ, ਮਾਂ ਨੇ ਚੁੱਕ ਲਿਆ, ਛੇਤੀ ਨਾਲ ਬਸਤਰ ਚੁੱਕ ਲੈ। ਮਾਂ ਤ੍ਰਿਪਤਾ ਮਗਰ ਹੋ ਤੁਰੀ ਹੈ। ਅਖੀਰ ਖੂਹ ਤੇ ਆ ਕੇ ਮਿਲਾਪ ਹੋ ਗਿਆ। ਥੋੜੇ ਸਮੇਂ ਬਾਅਦ ਉੱਥੇ ਘੋੜੀ ਤੇ ਚੜੇ ਪਿਤਾ ਜੀ ਵੀ ਆ ਗਏ। ਸਤਿਗੁਰੂ ਜੀ ਨੇ ਮਾਤਾ ਜੀ ਨੂੰ ਵੀ ਪਿਤਾ ਜੀ ਨੂੰ ਵੀ ਉਹਨਾਂ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਮੱਥਾ ਟੇਕਿਆ ਸੀ। ਇੱਥੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਆਪਣੇ ਮਾਂ-ਬਾਪ ਦੇ ਪ੍ਰਤੀ ਕਿ ਕੇਵਲ ਗੁਰਬਾਣੀ ਕਹਿੰਦੀ ਨਹੀਂ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਸਭ ਤੋਂ ਵੱਡੇ ਸਤਿਗੁਰੂ ਨੇ ਖੁਦ ਬਾਰ-ਬਾਰ ਉਹਨਾਂ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਮੱਥਾ ਟੇਕ ਕੇ ਸਾਨੂੰ ਇਹ ਦ੍ਰਿੜ ਵੀ ਕਰਾਇਆ ਹੈ ਕਿ ਮਾਂ-ਬਾਪ ਦੀ ਕਿੰਨੀ ਉੱਚੀ, ਕਿੰਨੀ ਸੁੱਚੀ ਥਾਂ ਹੈ, ਉਹਨਾਂ ਦਾ ਕਿੰਨਾ ਉੱਚਾ ਮਾਨ ਮਰਤਬਾ ਹੈ। ਔਰ ਮਨੁੱਖੀ ਜੀਵਨ ਦੇ ਵਿੱਚ ਜੇ ਇਉਂ ਕਹਿ ਲਈਏ ਕਿ ਰੱਬ ਔਰ ਗੁਰੂ ਤੋਂ ਬਾਅਦ ਕੋਈ ਹੈ ਤੇ ਕਿਸੇ ਵੀ ਸੰਤ ਮਹਾਤਮਾ ਤੋਂ ਪਹਿਲਾਂ ਤੁਹਾਡਾ ਆਪਣਾ ਮਾਤਾ ਪਿਤਾ ਹੈ ਭਾਈ। ਸਭ ਤੋਂ ਪਹਿਲਾਂ ਉਹ ਨੇ ਜਿਹੜੇ ਤੁਹਾਨੂੰ ਜਨਮ ਦਿੰਦੇ ਨੇ। ਇੱਥੇ ਫਿਰ ਵਾਰਤਾਲਾਪ ਸ਼ੁਰੂ ਹੁੰਦਾ ਹੈ। ਮਾਂ ਜਿਹੜੀ ਹੈ ਉਹ ਕਹਿਣ ਲੱਗੀ, ਪੁੱਤਰ ਅੱਜ ਮੈਨੂੰ ਇਵੇਂ ਸੁੱਖ ਮਿਲਿਆ ਜਿਵੇਂ ਸ਼੍ਰੀ ਰਾਮਚੰਦਰ ਜੀ ਆਏ ਸੀ ਤੇ ਕੁਸ਼ਲਿਆ ਨੂੰ ਸੁੱਖ ਮਿਲਿਆ ਸੀ। ਤੇ ਸਤਿਗੁਰੂ ਜੀ ਨੇ ਮਾਤਾ ਨੂੰ ਮੋਹ ਮਮਤਾ ਚੋਂ ਕੱਢਣ ਵਾਸਤੇ ਜਿਵੇਂ ਦੁਨੀ ਚੰਦ ਨੂੰ ਕੱਢਿਆ ਸੀ ਨਾ। ਹੁਣ ਜੇ ਸਤਿਗੁਰੂ ਇਹ ਕਹਿੰਦੇ ਕਿ ਦੁਨੀ ਚੰਦ ਤੂੰ ਐਵੇਂ ਇੰਨੀ ਮਾਇਆ ਇਕੱਠੀ ਕੀਤੀ ਹੈ, ਤੇ ਦੁਨੀ ਚੰਦ ਨੇ ਸੋਚਣਾ ਸੀ ਵੀ ਇਹ ਫਕੀਰਾਂ ਦਾ ਤੇ ਕੰਮ ਹੀ ਹੁੰਦਾ ਹੈ, ਤੇ ਮੰਗਦੇ ਵੀ ਮੀਰਾਂ ਦੇ ਘਰਾਂ ਵਿੱਚ ਹੀ ਨੇ, ਖਾਂਦੇ ਵੀ ਮੀਰਾਂ ਦੇ ਘਰਾਂ ਤੋਂ ਹੀ ਨੇ। ਤੇ ਅਮੀਰਾਂ ਆਦਮੀਆਂ ਨੂੰ ਹੀ ਕਹੀ ਜਾਣਗੇ ਜੀ ਤੁਹਾਡੀ ਮਾਇਆ ਤੇ ਵਿਅਰਥ ਹੈ, ਵੀ ਜੇ ਸਾਡੀ ਮਾਇਆ ਵਿਅਰਥ ਹੈ ਤੇ ਸਾਡੇ ਘਰ ਲੈਣ ਕੀ ਆਉਂਦੇ ਹੋ। ਸਤਿਗੁਰੂ ਜੀ ਨੇ ਜਾਣਦੇ ਸਨ, ਇਸੇ ਕਰਕੇ ਨਹੀਂ ਕਿਹਾ ਵੀ ਦੁਨੀ ਚਾਹੁੰਦੇ ਮਾਇਆ ਵਿਅਰਥ ਹੈ, ਉਹਨੂੰ ਸੂਈ ਦੇ ਦਿੱਤੀ ਕਿਉਂਕਿ ਉਹਨੂੰ ਇਸ ਭਰਮ ਚੋਂ ਕੱਢਣਾ ਸੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਬੜੇ ਲੋਕ ਤੁਹਾਨੂੰ ਗੱਲਾਂ ਕਰਨਗੇ, ਉਹ ਗੱਲਾਂ ਤੁਹਾਡੀ ਬੇਇੱਜ਼ਤੀ ਕਰਨ ਲਈ ਕਰਦੇ ਨੇ ਜਾਂ ਐਵੇਂ ਤੁਹਾਡੀ ਸ਼ੋਹਰਤ ਕਰਨ ਲਈ ਕਰਦੇ ਨੇ। ਉਹਨਾਂ ਦੇ ਗੱਲਾਂ ਵਿੱਚ ਨਾ ਤੁਹਾਡਾ ਭਲਾ ਹੁੰਦਾ ਤੇ ਨਾ ਹੀ ਉਹ ਭਲਾ ਚਾਹੁੰਦੇ ਨੇ। ਮੇਰੀ ਬੇਨਤੀ ਨੂੰ ਬੜੇ ਧਿਆਨ ਨਾਲ ਸੁਣਨਾ। ਅਮੂਮਨ ਲੋਕ ਤੁਹਾਨੂੰ ਮਾੜਾ ਵੀ ਕਹਿਣਗੇ, ਚੰਗਾ ਵੀ ਕਹਿਣਗੇ। ਹੁਣ ਜਿਹੜੇ ਲੋਕ ਤੁਹਾਨੂੰ ਮਾੜਾ ਕਹਿੰਦੇ ਨੇ ਜਾਂ ਜਿਹੜੇ ਲੋਕ ਤੁਹਾਨੂੰ ਚੰਗਾ ਕਹਿੰਦੇ ਨੇ, ਉਹਨਾਂ ਲੋਕਾਂ ਕੋਲ ਗਿਆਨ ਨਹੀਂ ਹੈਗਾ, ਉਹਨਾਂ ਲੋਕਾਂ ਕੋਲ ਸਮਝਦਾਰੀ ਨਹੀਂ ਹੈ, ਉਹ ਅਗਿਆਨੀ ਲੋਕ ਨੇ। ਨਹੀਂ ਤੇ ਸਤਿਗੁਰੂ ਨੇ ਬਾਣੀ 'ਚ ਲਿਖਣਾ ਹੀ ਨਹੀਂ ਸੀ। ਸਤਿਗੁਰੂ ਦੀ ਬਾਣੀ ਤਾਂ ਕਹਿੰਦੀ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਹੁਣ ਤੁਸੀਂ ਕਿਸੇ ਨੂੰ ਮਾੜਾ ਕਹੋਗੇ, ਅਗਲਾ ਅਲਰਟ ਹੋਏਗਾ, ਸੁਚੇਤ ਹੋਏਗਾ, ਉਹ ਜ਼ਰੂਰ ਆਪਣਾ ਐਨਾਲਿਸਿਸ ਕਰੇਗਾ, ਆਪਣੇ ਆਪ ਦਾ ਮੰਥਨ ਕਰੇਗਾ ਵੀ ਮੇਰੇ 'ਚ ਕੀ ਕਮੀ ਪੇਸ਼ੀ ਹੈ, ਵੀ ਮੇਰੇ ਵਿੱਚ ਕੀ ਗਲਤੀ ਹੈ, ਮੇਰੀ ਕੀ ਕਮਜ਼ੋਰੀ ਹੈ। ਹੁਣ ਜੇ ਤੁਸੀਂ ਚੰਗਾ ਕਹੋਗੇ ਤੇ ਫਿਰ ਵੀ ਹਾਲਾਤ ਇਹ ਨੇ
कि लोग ਜਾਂ तो उन्हों की फूक में आ जाते हैं, पर ये मत सोचना भी वो लोग तुहाडा भला चाहते हैं, वो तुहाडा भला नहीं चाहते, ना ही उन्होंने पता भी नहीं भी तुहाडा भला होना किवें है। कदे गुरबख्श सिंह प्रीत लड़ी नूं पढ़िओ, फिर तुहानूं समझ आएगी भी वो की कहंदा है। वो कहंदा है कि मैं किसी अपने दोस्त नूं नौकरी करदा सी ते जदों वेले होना मैं जाके उन्हों ये की है, वो की है, ऐसा की है, वैसा की है, मैं जाके उहदा सिर खाना। हुण उन्हें अपने वालों मैं कहते मैनू मगरों लाया, कहता भी तू पढ़ लै। वह मतलब ये सी भी आपे किताबां कतूबा चुके तुरया फिरेगा, पढ़ाई इन्हें मोया की मंडी करनी है, की करना इन्हें। कहते पर शायद उन्होंने ये नहीं सी पता, इनू कहते ने कई बारी कुब्बे दे लत्त वजे तो कुब्बे का कुब निकल जाता है। कई बारी कुब्बे दे लत्त वजी उन्होंने रास आ जाती है। हुण गुरबख्श सिंह प्रीत लड़ी का जीवन ही बदल गया। हुण एक बहुत पढ़िया लिखिया इंसान बन गया। हुण ये गल जीवन में समझण की लोड़ है। सानू नहीं पता सी किहदा बुरा कर रहे हैं, किहदा चंगा कर रहे हैं। कई बारी जिहदा असी बुरा करते हैं उन्होंने बुरे चों भी लाभ हो जाता है। कई बारी असी किसी का चंगा करते होने आ, सगों उल्टा उहदा नुकसान हो जाता है, क्योंकि असी उन्होंने मतलब इस तरीके नाल बिल्ट कर देने आ कि वह जमीन ही छड्ड जाता है थल्ले बेचारा। तो जो थल्ले डिगदा थल्ले जमीन भी नहीं होंदी, खूह होंदा है। फिर वो गरकण तो इलावा वो कोई बाकी चांस नहीं बचता। इस करके मैं बेनती करा, इस कथा नूं बड़े ध्यान नाल सुनने की लोड़ है। माँ तृप्ता कहती है, पुत्र मैं तेनों बड़ा प्यार करदी हाँ। हुण सतगुरु कह सकते सी भी माँ तू नहीं करेंगी तो कौन करेगा। तो पुत्रां तो बगैर मावां कोले हुंदा भी की है। ये लिए बड़े प्यारे शब्द ने, बहुत कुछ कहा जा सकता सी, सतगुरु तो उधर गया ही नहीं, सगों उल्टा उपदेश दिता। पूरा एक वडहंस राग का शब्द उचार दिता कि अमली अमल ना अंबड़ै, मच्छी नीर ना होए, जो रते शय आपने, तिन भावै सब कोई। अमली नूं अमल ना मिले, मच्छी नूं पानी ना मिले तो किवें तड़फदी है। तो जिहड़े परमात्मा के प्रेम रंग विच रंगे हुंदे ने उन्हां नूं मां सारा कुछ ही चंगा लगदा है। इहों दियां गल्लां कह के ते टाल दिता, नहीं तो मां की ममता नूं वधाया भी जा सकदा सी। हुण इत्थे मां कहण लगी भी चलो ठीक है पुत्त जो कहना है, पर मैं कुछ खाण लई लैके आई हाँ, खा लै। इत्थों तक आपां ने कल कथा सुनी सी कि महाराज अगों कहण लगे कि मैनू तो भुख ही नहीं लगती। अग्रज श्री नानक तबे धर कर मधुर आहार खाहो, तात माता कहे मैं मुझ हरख अपार। सुन श्री नानक बचन उचारे, नित तृप्ते हो न भूख हमारे। अग सतगुरु कहते माँ मैं तो रजे ही ना, हर वेले मैं तो भुख ही नहीं लगती। तो पिता कालू कहन लगे भी मैनू भी दस दे, मैनू भी दस दे भी वो किहड़ा भोजन है जिहदे नाल भुख नहीं लगती। क्योंकि कोई दुनिया च आदमी कह सकते भी मैनू भुख नहीं लगती। तुसीं यकीन करना, कई मैनू कहणगे ज्ञानी जी प्रशादा छकाउणा है, तो मैं कहना जी मैं तो 3 टाइम छकदा, दसो तुसीं किहड़ा छकाउणा है, सवेर वाला, दोपहर वाला, रात वाला। आपां सारे मनुख सवेर की खाई दी है, दोपहर की प्लान कर ली दी है, दोपहर की खाई दी है तो रात का मैनू पुछ लीदा है भी राती की बनाना है जी, दसो राती की बनाओगे। राती खा के सौ जाइदा, सवेरे फिर स्कीम लाई दी है भी किदां दे परौंठे बनाओगे जी। पिता कालू जी कहन लगे पुत्र तेरियां गल्लां मैं सुन लईयां ने। तब कालू ने बचन उचारे क्या खायो
ਨਾ ਭੁੱਖ ਤੁਮਾਰੇ, ਤੂੰ ਕੀ ਖਾਧਾ ਬਈ ਜਿਹੜੀ ਤੈਨੂੰ ਭੁੱਖ ਹੀ ਨਹੀਂ ਲੱਗਦੀ। ਕੋ ਭੋਜਨ ਕਰ ਤ੍ਰਿਪਤੀ ਤੁਮੈ ਸਰਬ ਸੁਨਾਵੋ, ਸੋ ਕਹੋ ਹਮੇ। ਚੰਗਾ ਫਿਰ ਐ ਕਰ, ਮੈਨੂੰ ਸੁਣਾ ਤੂੰ ਕੀ ਖਾਧਾ। ਇੱਥੇ ਫਿਰ ਸਤਿਗੁਰਾਂ ਨੇ ਸ਼੍ਰੀ ਰਾਗ ਦੇ ਵਿੱਚ ਸ਼ਬਦ ਉਚਾਰੇ ਹੈ। ਹਾਂਜੀ। ਸ਼੍ਰੀ ਰਾਗ ਮਹੱਲਾ ਪਹਿਲਾ, ਸਭ ਰਸ ਮਿੱਠੇ ਮੰਨਿਐ, ਸੁਣਿਐ ਸਾਲੋਣੇ। ਆਖਿਆ ਪਿਤਾ ਜੀ ਮਿੱਠੇ ਤੇ ਸਲੋਣੇ ਹਰ ਪ੍ਰਕਾਰ ਦੇ ਜਿਹੜੇ ਭੋਜਨ ਨੇ ਇਹ ਮੰਨੇ ਵੀ ਜਾਂਦੇ ਨੇ, ਸੁਣੇ ਵੀ ਜਾਂਦੇ ਨੇ। ਹਾਂਜੀ। ਖਟ ਤੁਰਸੀ ਮੁਖ ਬੋਲਣਾ, ਮਾਰਨ ਨਾਦ ਕੀਏ। ਇਸੇ ਤਰ੍ਹਾਂ ਤੁਰਸ਼ ਵੀ ਮੰਨੇ ਜਾਂਦੇ ਨੇ। ਤੁਸੀਂ ਕਦੇ ਇਹ ਸ਼ਬਦ ਸੁਣੇ ਹੋਣੇ ਨੇ ਕਿ ਉੱਥੇ ਤਾਂ ਜੀ 36 ਪ੍ਰਕਾਰ ਦੇ ਭੋਜਨ ਬਣੇ ਨੇ, ਬਣੇ ਹੋਣਗੇ। ਪਰ ਇਹ ਵੀ ਸੁਣਿਆ ਹੋਏਗਾ ਵੀ ਰਸ ਤੱਕ ਖਾਟੀ ਨੇ, ਖੱਟ ਰਸ। ਅਸਲ ਵਿੱਚ ਰਸ 6 ਹੀ ਨੇ। ਇਹ 6 ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਬਣਦੀਆਂ ਨੇ, ਮਿੱਠੇ ਤੋਂ, ਸਲੂਣੇ ਤੋਂ, ਤੁਰਸ਼ ਜਿਹਨੂੰ ਆਪਾਂ ਮਿਰਚਾਂ ਵਾਲਾ ਕਹਿੰਦੇ ਆ, ਖੱਟੇ ਤੋਂ। ਇੱਦਾਂ ਇਹ 6 ਪਦਾਰਥਾਂ ਤੋਂ ਇਹ ਸਾਰੀ ਮਠਿਆਈ, ਇਹ ਸਾਰੇ ਪਕਵਾਨ, ਜਿੰਨੀ ਰਸੋਈ ਤਿਆਰ ਹੁੰਦੀ ਹੈ ਇਹ 6 ਪਦਾਰਥਾਂ ਤੋਂ ਹੁੰਦੀ। ਹੁਣ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹਦੇ ਵਿੱਚ ਤੁਰਸ਼ ਵੀ ਹੈ। ਸੁਣੋ ਪਿਤਾ ਜੀ, ਜੇ ਰੱਬ ਨੂੰ ਮੰਨੀਏ ਤਾਂ ਮਿੱਠੇ ਪਦਾਰਥ ਮਿਲਦੇ ਨੇ, ਜੇ ਰੱਬ ਨੂੰ ਸੁਣੀਏ ਤਾਂ ਸਲੂਣੇ ਮਿਲ ਜਾਂਦੇ ਨੇ। ਇਹ ਜਿਹੜੇ ਖੱਟ ਰਸ ਨੇ ਅਸਲ ਵਿੱਚ ਮੁੱਖ ਤੋਂ ਜੇ ਰੱਬ ਨੂੰ ਬੋਲਿਆ ਜਾਏ ਤੇ ਸਾਰੇ ਮਸਾਲੇ ਵੀ ਪ੍ਰਾਪਤ ਹੋ ਜਾਂਦੇ ਨੇ। ਰਸੋਈ ਤਿਆਰ ਕਰਨ ਵਾਸਤੇ ਇੱਕ ਜਗ੍ਹਾ ਚਾਹੀਦੀ ਹੈ, ਚੁੱਲ੍ਹਾ ਚਾਹੀਦਾ ਹੈ, ਲੱਕੜਾਂ ਚਾਹੀਦੀਆਂ ਨੇ, ਪਤੀਲੀ ਚਾਹੀਦੀ ਹੈ, ਕੜਛੀ ਚਾਹੀਦੀ ਹੈ, ਉਹਦੇ ਲਈ ਮਿਰਚਾਂ ਮਸਾਲੇ ਚਾਹੀਦੇ ਨੇ, ਕੋਈ ਦਾਲ ਸਬਜ਼ੀ ਬਣਾਉਣ ਲਈ ਕੋਈ ਦਾਲ ਭਾਜੀ ਵੀ ਚਾਹੀਦੀ ਹੈ। ਹੁਣ ਦਾਲ ਹੀ ਨਾ ਹੋਵੇ ਤੇ ਕੀ ਪਾਣੀ ਰਿੰਨੋਗੇ ਪਤੀਲੀ 'ਚ ਤੁਸੀਂ। ਇੱਥੇ ਪੂਰਾ ਸ਼ਬਦ ਸਤਿਗੁਰੂ ਜੀ ਨੇ ਉਚਾਰਿਆ, ਛੱਤੀ ਅੰਮ੍ਰਿਤ ਭਾਓ ਏਕ, ਜਾਂ ਕੋ ਨਦਰ ਕਰੇ। 36 ਪ੍ਰਕਾਰ ਦੇ ਇਹ ਅੰਮ੍ਰਿਤ ਭੋਜਨ ਬਣਦੇ ਨੇ ਜੇ ਕੋਈ ਮਨੁੱਖ ਉਸ ਪ੍ਰਭੂ ਪਰਮਾਤਮਾ ਨੂੰ ਪਿਆਰ ਕਰਦਾ, ਜਿਹਦੇ ਤੇ ਉਹ ਰੱਬ ਆਪਣੀ ਨਦਰ ਕਰਦਾ। ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀ ਹੈ, ਮਨ ਮੈਂ ਚੱਲੇ ਬੇਕਾਰ। ਬਾਕੀ ਖਾਣੇ ਤੇ ਵਿਅਰਥ ਨੇ, ਬਾਕੀ ਖਾਣ ਦਾ ਕੋਈ ਲਾਭ ਨਹੀਂ ਹੈ। ਇਹਨਾਂ ਨਾਲ ਤੇ ਅਖੀਰ ਵਕਾਰ ਪੈਦਾ ਹੋਣੇ ਨੇ। ਸ਼ਾਇਦ ਆਪ ਜੀ ਨੂੰ ਇਸ ਗੱਲ ਦਾ ਬੋਧ ਹੋਵੇ ਕਿ ਲੋੜ ਤੋਂ ਵੱਧ ਮਿਰਚ ਵੀ ਮਾੜੀ ਹੈ, ਲੋੜ ਤੋਂ ਵੱਧ ਨਮਕ ਵੀ ਮਾੜਾ ਹੈ, ਲੋੜ ਤੋਂ ਵੱਧ ਖੰਡ ਵੀ ਮਾੜੀ ਹੈ, ਲੋੜ ਤੋਂ ਵੱਧ ਖੱਟੀਆਂ ਚੀਜ਼ਾਂ ਵੀ ਮਾੜੀਆਂ ਨੇ। ਦੁਨੀਆ ਦੇ ਵਿੱਚ ਜਿੰਨੇ ਰਸ ਨੇ ਨਾ, ਇਹ ਰਸਾਂ ਦਾ ਜਿਹੜਾ ਖਾਣ ਪੁੰਚਨ ਹੈ, ਇਹ ਜਿੱਤ ਖਾਦੇ ਤਨ ਪੀੜੀਏ। ਅਖੀਰ ਇਹਨਾਂ ਦੇ ਵਿੱਚੋਂ ਪੀੜਾ, ਦੁੱਖ, ਸੰਤਾਪ ਦਾ ਜਨਮ ਹੁੰਦਾ ਹੈ। ਹਾਂਜੀ। ਅਸ ਕਹਿ ਸ਼੍ਰੀ ਗੁਰ ਤੂਸ਼ਨ ਠਾਨੀ, ਪੁਨ ਤ੍ਰਿਪਤਾ ਪਿਖ ਬੋਲੀ ਬਾਣੀ। ਪਿਤਾ ਕਾਲੂ ਜੀ ਚੁੱਪ ਕਰ ਗਏ। ਹੁਣ ਇੱਥੇ ਪਿਤਾ ਕਾਲੂ ਜੀ ਨੂੰ ਗਿਆਨ ਦੇ ਦਿੱਤਾ ਵੀ ਪਿਤਾ ਜੀ ਖਾਣ ਵੇਖੋ ਕਿ ਇੱਕ ਗੱਲ ਤੇ ਵੇਖੋ, ਇੱਥੇ ਤੁਸੀਂ ਰੋਜ਼ ਵਿਦਵਾਨਾਂ ਕੋਲੋਂ ਸੁਣਦੇ ਹੋ ਕਿ ਤੁਹਾਨੂੰ 2 ਤਰ੍ਹਾਂ ਦੇ ਮਨੁੱਖ ਧਰਤੀ ਤੇ ਮਿਲਣਗੇ। ਪਹਿਲੀ ਕਿਸਮ ਕੀ ਹੈ, ਜਿਹੜੇ ਸਿਰਫ ਖਾਣ ਵਾਸਤੇ ਜਿਉਂਦੇ ਨੇ। ਉਹਨਾਂ ਦੇ ਜਿਉਣ ਦਾ ਮਕਸਦ ਹੀ ਇੱਕ ਹੈ, ਆ ਵੀ ਖਾ ਲਓ, ਆ ਵੀ ਖਾ ਲਓ, ਆ ਵੀ ਖਾ ਲਓ। ਪਰ ਇੱਕ ਉਹ ਨੇ ਜਿਹੜੇ ਸਿਰਫ ਜਿਉਂਦੇ ਰਹਿਣ ਲਈ ਖਾਂਦੇ ਨੇ, ਖਾਂਦੇ ਹੈਗੇ ਨੇ ਪਰ ਸਿਰਫ ਉਹਨਾਂ ਜਿਹਦੇ ਨਾਲ ਸਰੀਰ ਚੱਲਦਾ ਰਹੇ। ਕਿਉਂਕਿ ਜਦੋਂ ਤੁਸੀਂ ਟੈਸਟ ਕਰਾਉਨੇ ਉਹਦੇ ਵਿੱਚ ਆ ਜਾਂਦਾ ਕਿ ਇਹ ਵਿਟਾਮਿਨ ਦੀ ਘਾਟ ਹੈ, ਇਸ ਕੈਲਸ਼ੀਅਮ ਦੀ ਘਾਟ ਹੈ, ਇਹ ਹੈ, ਉਹ ਹੈ,
फिर डॉक्टर दसते भी ने भी आ भी खाओ जी, आ भी खाओ जी, तुहाडे चैरन की घाट हो गई जी, तुहाडे च इस तरह की तुहाडे शरीर में कमी आ रही है। जिउंदे रहन वास्ते भी खाना जरूरी है और खाना चाहिए। वर्त रखना तो सिक्खी च बिल्कुल ही मन है। देखो धर्म नूं समझण दी लोड़ है। छोड़े अन्न करे पखंड, ना वो सुहागण ना वो रंड। वर्त रखने सिक्खी विच बज्जर पाप है। घट खाना ये गुरमत है, थोड़ा खाना गुरमत है, ना बोलना पखंड है, मौन विगुता, घट बोलना ये गुरमत है, ना बोलना ये पखंड है कि मैं तो बोलता ही नहीं जी। भी रब ने जिन्होंने नहीं बोलना दिता, रब ने गूंगे पैदा किए ने ना, तो तेनों गिठ लंबी जबान दी, तू क्यों गूंगा बन के बह गया बई। अज इस दरबार में आप बैठे हाँ, इतों की राणी गोलियां वाले कपड़े पा के बह गई गुरु हरकृष्ण साहब जी को परखण वास्ते। तो जदों गुरु जी आए, एक एक घर की नुकरानी दे सिर ते छड़ी रख के कहा ये गोली है। तो जदों आई राणी की वारी, इतिहास कहता भी वो गोदी च ही बह गए। तो की किया, आख्या मां जदों तैनू रब ने राणी बनाया तो तू पटरानी बन के क्यों बैठी है। देखो इनू गल नूं समझण दी लोड़ है। जे रब ने तुहानू पैसे दिते ने तो तुसी कहो जी नहीं मैं तो मिट्टी च ही रोलना है, ये भी गुनाह है। दिते ने तो तुसी हंडाओ, जिन्हों नहीं देने रब ने नहीं दिते। पर यदा अर्थ ये नहीं है कि तुसी दुनिया के पैसे लैके दुनिया के ऐश्वर्य में चले जाओ। कि महंगी तो महंगी शराब, महंगे तो महंगा होटल, महंगे तो महंगा नाच, महंगी तो महंगी नृतकारी, वो नहीं। जे रब ने तुहानू राज भाग दिता है तो तुसी लोकां नू सुख दिओ, लोकां नू वरसाओ, उहदे नाल लोकां दे हॉस्पिटल बना के दिओ। मैं आप जी नू पहला भी दसिया सी, सरदार दिदार सिंह बैंस अमेरिका की एक बड़ी वड्डी सिखां की परसनैलिटी है। वो अज भी हैगा पर बैड ते है। मैं करी उन्होंने उदा ही पुछ बैठा, मैं कहा जी किहड़ी क्लास में आउंदे हो। कहंदे इकोनॉमी च। मैनू सी भी बिजनस क्लास में आउंदा होएगा। हज़ारां हज़ारां एकड़ां दा मालक है, उत्थे बड़ा वड्डा जिमींदार है, लैंडलॉर्ड है। कहन लगा ज्ञानी जी खेतों च काम करने वाले बंदे सारा दिन तो ट्रैक्टर ते बह लीदा है, तो जहाज में बहण च सानू की प्रॉब्लम है जी। जिहड़ा ट्रैक्टर ते बह के पैली वाह सकदा है, जिथे ट्रैक्टर उछलदा है, तो कहता जहाज की कुर्सी ते बह के की दिक्कत है। तो कहता जिन्ने पैसे बच जाते हैं वो गरीबां च वंड दीदे ने। हुण ये अपने सोचण दा ढंग है। कई बंदे अपने ते खर्चते हैं, कई अपने तो बचा के दुनिया दे विच सेवा ते लाउंदे ने। तो इस करके इस गल नूं समझण दी लोड़ है। जिन्ने भी रस खाओगे अखीर ये दुखदाई ने। सुखदाई की है, घट खाना, ना खाना ये तो बिल्कुल ही पखंड है। हुण कई बंदे तुहानूं मिलणगे जी मैं तो खांदा ही नहीं जी। क्यों भाई, खाना पीना पवित्र है। हुण इहदे अर्थ की करोगे तुसी। दितुन रिजक संभाहे, जो रब ने रिजक दिता है सारा ही पवित्र है। बस फर्क इन्ना है कि तुहानू खाण की वंड करनी होएगी। कई भोजन रब ने जानवरों के बनाए ने, कीड़ियां के बनाए ने। हुण गंदगी है, जे आपां कहिए जी सारा कुछ ही खाना है फिर गंदगी भी खाओ। कीड़े खाते ने ना, फिर तुसीं क्यों नहीं खाते बई। उत्थे फिर तुसीं कहोगे नहीं 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 ये जी ये नहीं खाना, ये नहीं खाना जी, ये नहीं खाना। तो फिर गुरु नूं पुछ लो।
ਕੁਝ ਜੇ ਆਪਾਂ ਕਹੀਏ ਜੀ ਗੰਦਗੀ ਮਾੜੀ ਹੈ ਤੇ 84 ਲੱਖ ਜੂਨਾਂ 'ਚ ਕਿੰਨੀਆਂ ਜੂਨਾਂ ਨੇ। ਹੁਣ ਗੰਦਗੀ ਸੂਰ ਖਾਂਦਾ ਹੈ, ਔਰ ਰਾਖੇ ਆਛਾ ਗਾਉਂ। ਇਸ ਕਰਕੇ ਗੁਰਮਤਿ ਨੂੰ ਸਮਝਣ ਦੀ ਲੋੜ ਹੈ। ਅਗਰ ਤੁਸੀਂ ਇੱਕ ਚੀਜ਼ ਲੈ ਕੇ ਚੱਲੋਗੇ ਉਹਦੇ ਅਰਥ ਤੁਹਾਨੂੰ ਠੀਕ ਨਹੀਂ ਸਮਝ ਆਉਣਗੇ। ਸਤਿਗੁਰੂ ਜੀ ਨੇ ਪਿਤਾ ਜੀ ਨੂੰ ਸਮਝਾ ਦਿੱਤਾ ਵੀ ਪਿਤਾ ਜੀ ਗੱਲ ਖਾਣ ਦੀ ਨਹੀਂ ਹੈ, ਗੱਲ ਤੇ ਸਿਰਫ ਇੰਨੀ ਹੈ ਕਿ ਸਾਰੇ ਰਸ ਤੁਹਾਨੂੰ ਰੱਬ ਦੀ ਭਗਤੀ ਵਿੱਚੋਂ ਵੀ ਮਿਲ ਸਕਦੇ ਨੇ ਜੇ ਰੱਬ ਦਾ ਨਾਂ ਸੁਣੀਏ, ਜੇ ਰੱਬ ਦਾ ਨਾਂ ਜਪੀਏ, ਜੇ ਪ੍ਰਮਾਤਮਾ ਦਾ ਗਾਇਨ ਕਰੀਏ। ਤੇ ਰਹੀ ਗੱਲ ਜਿਹਨੂੰ ਆਪਾਂ ਇੱਕ ਸ਼ਬਦ ਅੰਗਰੇਜ਼ੀ ਦਾ ਵਰਤਦੇ ਵੀ ਓਵਰਆਲ ਕੀ ਹੈ, ਓਵਰਆਲ ਦਾ ਅਰਥ ਇਹ ਹੈ ਕਿ ਜਿਤ ਖਾਧੇ ਤਨ ਪੀੜੀ ਹੈ, ਮਨ ਮੈਂ ਚੱਲੇ ਵਕਾਰ। ਹੁਣ ਇਹ ਫੈਸਲਾ ਤੁਸੀਂ ਕਰ ਲਓ ਬਈ। ਅੱਜ ਬੜੇ ਲੋਕ ਨੇ ਜਿਨ੍ਹਾਂ ਨੂੰ ਖਾਣ ਪੀਣ ਤੋਂ ਅਲਰਜੀ ਹੈ। ਕਈ ਡਰਾਈ ਫਰੂਟ ਨਹੀਂ ਖਾ ਸਕਦੇ, ਕਈ ਦੁੱਧ ਨਹੀਂ ਪੀ ਸਕਦੇ, ਕਈ ਕਣਕ ਦਾ ਕੋਈ ਵੀ ਪ੍ਰੋਡਕਟ ਨਹੀਂ ਖਾ ਸਕਦੇ। ਹੁਣ ਇਹ ਪਰਮਾਤਮਾ ਦੀ ਮਰਜ਼ੀ, ਉਹਨੇ ਕੀ ਬਣਾਵਟ ਬਣਾਈ ਇਸ ਦੁਨੀਆ ਦੀ। ਤੋ ਇਸ ਕਰਕੇ ਸਤਿਗੁਰੂ ਜੀ ਨੇ ਪਿਤਾ ਜੀ ਨੂੰ ਸਮਝਾ ਦਿੱਤਾ। ਸਮਝਾਉਣਾ ਕੀ ਸੀਗਾ ਕਿ ਖਾਣਾ ਹੀ ਜਿਹੜਾ ਹੈ, ਖਾਣ ਵਾਸਤੇ ਜੂਣਾ ਜਿਹੜਾ ਹੈ, ਇਹ ਕੋਈ ਜੀਵਨ ਦਾ ਪ੍ਰਯੋਜਨ ਨਹੀਂ ਹੈ, ਲਕਸ਼ ਨਹੀਂ ਹੈ। ਖਾਣਾ ਚਾਹੀਦਾ ਹੈ ਪਰ ਜਿਉਂਦੇ ਰਹਿਣ ਵਾਸਤੇ, ਪਰ ਖਾਣ ਵਾਸਤੇ ਜੂਣਾ ਸ਼ੁਰੂ ਕਰ ਦਿਓ, ਇਹ ਗਲਤ ਹੈ, ਇਹ ਠੀਕ ਨਹੀਂ ਹੈ। ਹਾਂਜੀ। ਅਸ ਕੈ ਸ਼੍ਰੀ ਗੁਰ ਤੂਸ਼ਨ ਠਾਨੀ, ਪੁਨ ਤ੍ਰਿਪਤਾ ਪਿਖ ਬੋਲੀ ਬਾਨੀ। ਇਉਂ ਕਹਿ ਕੇ ਸਤਿਗੁਰੂ ਜੀ ਚੁੱਪ ਧਾਰਨ ਕਰ ਲਈ। ਹੁਣ ਮਾਂ ਤ੍ਰਿਪਤਾ ਫਿਰ ਬੋਲੀ। ਹਾਂਜੀ। ਵੇਖ ਫਕੀਰੀ ਅਬ ਸੁਤ ਤਜੀਏ, ਨੀਕੇ ਬਸਤਰ ਪਹਿਰ ਤਨ ਸਜੀਏ। ਸਤਿਗੁਰੂ ਪਿਤਾ ਮਹਾਰਾਜ ਸਤਿਗੁਰੂ ਪਿਤਾ ਮਹਾਰਾਜ ਨੂੰ ਮਾਂ ਕਹਿੰਦੀ ਹੈ ਕਿ ਚੱਲ ਪੁੱਤਰ ਠੀਕ ਹੈ, ਤੂੰ ਜੋ ਕਹਿੰਦਾ ਅਸੀਂ ਤੇਰੀਆਂ ਸਾਰੀਆਂ ਹੀ ਮੰਨੀਆਂ, ਤੇ ਇੱਕ ਗੱਲ ਮੇਰੀ ਵੀ ਮੰਨ ਲੈ। ਵੇਖ ਫਕੀਰੀ ਅਬ ਸੁਤ ਤਜੀਏ, ਅਬ ਫਕੀਰਾਂ ਵਾਲੇ ਕੱਪੜੇ ਛੱਡ ਦੇ। ਜਿਹੜਾ ਤੂੰ ਲਿਬਾਸ ਪਾਇਆ ਹੈ, ਵੇਖੋ ਇਹਦੇ ਤੋਂ ਕੀ ਪਤਾ ਲੱਗਦਾ ਹੈ? ਇਹਦੇ ਤੋਂ ਪਤਾ ਇਹ ਲੱਗਦਾ ਕਿ ਪਹਿਲਾਂ ਲੋਕ ਕੀ ਕਰਦੇ ਸੀ। ਜੈਸਾ ਦੇਸ਼ ਵੈਸਾ ਭੇਸ। ਜਿਹੋ ਜਿਹੇ ਦੇਸ਼ ਗਏ ਉੱਦਾਂ ਦੇ ਕੱਪੜੇ ਪਾ ਲੈ। ਇੱਕ ਤਾਂ ਇਹ ਹੈ, ਇਹਦਾ ਅਰਥ ਇਹ ਹੈ। ਦੂਜਾ ਇਹ ਕਿ ਲੋਕ ਪਖੰਡ ਨਹੀਂ ਸੀ ਕਰਦੇ। ਜਿਹੋ ਜਿਹਾ ਕਿਸੇ ਦਾ ਪ੍ਰੋਫੈਸ਼ਨ ਹੁੰਦਾ ਸੀ, ਕੰਮ ਹੁੰਦਾ ਸੀ, ਉੱਦਾਂ ਦੇ ਲੋਕ ਕੱਪੜੇ ਪਾ ਲੈਂਦੇ ਸੀ। ਹੁਣ ਤੇ ਤੁਸੀਂ ਵੇਖਿਆ ਹੁਣ ਨੱਚਣ ਵਾਲੇ ਸਾਡੇ ਕੱਪੜੇ ਪਾਈ ਫਿਰਦੇ ਨੇ, ਅਸੀਂ ਨੱਚਣ ਵਾਲਿਆਂ ਦੇ ਪਾਈ ਫਿਰਦੇ ਹਾਂ। ਸਾਡੇ ਨਿਆਣੇ ਪਾਟੀਆਂ ਪੈਂਟਾਂ ਪਾ ਕੇ ਆਉਂਦੇ ਨੇ ਕਿ ਮੈਨੂੰ ਇਕੱਲੇ ਘਰੇ ਟੱਕਰ ਜਾਣ। ਮੈਂ ਤਾਂ ਕਹਿਣਾ ਹੁੰਦਾ ਵੀ ਕਾਕਾ ਸਾਡੇ ਵੇਲੇ ਜਿਹਦੀ ਇੰਨੀ ਪੈਂਟ ਪਾਟੀ ਹੁੰਦੀ ਸੀ ਉਹ ਤਾਂ ਸ਼ਰਮ ਨਾਲ ਘਰੋਂ ਨਹੀਂ ਸੀ ਨਿਕਲਦਾ। ਉਹ ਕਹਿੰਦਾ ਗਿਆਨੀ ਜੀ ਤੁਹਾਡਾ ਸਮਾਂ ਚਲਾ ਗਿਆ, ਹੁਣ ਤੇ ਜਿੰਨੀ ਪਾਟੀ ਹੋਵੇ ਕਹਿੰਦੇ ਉਨੀ ਮਹਿੰਗੀ ਹੁੰਦੀ ਹੈ। ਹੁਣ ਇਹ ਕੀ ਹੈ? ਇਹ ਵੀ ਇੱਕ ਸੋਚਣ ਦਾ ਤਰੀਕਾ ਹੀ ਹੈ। ਉਹ ਕਹਿੰਦੇ ਜਿੰਨੀ ਪੈਂਟ ਵੱਧ ਪਾਟੀ ਉਨੀ ਮਹਿੰਗੀ ਮਿਲਦੀ। ਉਲਟਾ ਸਗੋਂ ਸਾਡੇ ਵੇਲੇ ਉਲਟਾ ਸੀ ਬਿਲਕੁਲ। ਕੱਪੜੇ ਦਾ ਫਟ ਜਾਣਾ ਬੜੀ ਵੱਡੀ ਇਨਸਲਟ ਸਮਝੀ ਜਾਂਦੀ ਸੀ, ਬੰਦਾ ਆਪਣੀ ਹੱਦ ਤੱਕ ਸਮਝਦਾ ਸੀ। ਸਤਿਗੁਰੂ ਪਿਤਾ ਮਹਾਰਾਜ ਨੂੰ ਮਾਂ ਤ੍ਰਿਪਤਾ ਕਹਿੰਦੀ, ਪੁੱਤ ਫਕੀਰਾਂ ਵਾਲੇ ਕੱਪੜੇ ਛੱਡ ਦੇ। ਕੋਈ ਫਕੀਰੀ ਕਰਦਾ ਸੀ ਤੇ ਕੱਪੜੇ ਫਕੀਰਾਂ ਵਾਲੇ ਪਾ ਦਿੰਦਾ ਸੀ। ਕੋਈ ਖੇਤੀਬਾੜੀ ਕਰਦਾ ਸੀ, ਕੋਈ ਖੇਤੀਬਾੜੀ ਵਾਲੇ ਕੱਪੜੇ ਪਾ ਲੈਂਦਾ ਸੀ। ਕੋਈ ਸਾਧੂ ਸੰਨਿਆਸੀ ਬਣਦਾ ਸੀ, ਉੱਦਾਂ ਦੇ ਕੱਪੜੇ ਪਾ ਲੈਂਦਾ ਸੀ। ਪਹਿਲਾਂ ਕਿਹੜਾ ਆਈ ਕਾਰਡ ਹੁੰਦੇ ਸੀ ਨਾ, ਤੁਹਾਡੇ ਕੱਪੜਿਆਂ ਦੀ ਅਗਲੇ ਹਿਸਾਬ ਲਾ ਲੈਂਦੇ ਸੀ ਵੀ ਇਹ ਜੰਗਮ ਹੈ, ਇਹ ਬੇਹੰਗਮ ਹੈ, ਇਹ ਨਾਂਗਾ ਹੈ, ਇਹ ਉਦਾਸੀ ਹੈ, ਇਹ ਨਿਰਮਲਾ ਹੈ, ਇਹ ਰਮਤਾ ਹੈ। ਸੰਤ ਸਮੂਹ ਅਨੇਕ ਮਤੀ ਕੇ ਜਿਹੜੇ ਜੜਾਵਾਂ ਰੱਖਦੇ ਸੀ, ਲੰਗੋਟੀਆਂ ਲਾਉਂਦੇ ਸੀ, ਪਤਾ ਲੱਗ ਜਾਂਦਾ ਸੀ ਵੀ ਇਹ ਜੋਗੀ ਹੈ। ਪੁੱਛਣਾ ਦੱਸਣਾ ਨਹੀਂ ਸੀ ਪੈਂਦਾ, ਕੋਈ ਆਈ ਕਾਰਡ ਨਹੀਂ ਸੀ ਕਿਸੇ ਦਾ ਵੇਖਦਾ। ਇਹ ਆਈ ਕਾਰਡ ਉਦੋਂ ਦੇ ਬਣਨੇ ਸ਼ੁਰੂ ਹੋਏ ਨੇ ਜਦੋਂ ਬੰਦੇ ਨੇ ਆਪਣਾ ਵਿਸ਼ਵਾਸ ਹੀ ਗਵਾ ਲਿਆ,
ਅਸੀਂ ਕਹੀ ਵੀ ਜਾਈਏ ਮੈਂ ਉਹ ਹਾਂ, ਅਗਲਾ ਕਹਿੰਦਾ ਆਈ ਕਾਰਡ ਕੱਢ। ਮੈਂ ਨਹੀਂ ਮੰਨਦਾ। ਤੁਸੀਂ ਹੈਰਾਨ ਹੋਵੋਗੇ ਵੀ ਸਾਡੀ ਸ਼ਕਲ ਵੇਖ ਕੇ ਲੋਕ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ। ਉਹ ਨਿੱਕਾ ਜਿਹਾ ਗੱਤਾ ਹੱਥ 'ਚ ਫੜਾ ਦਿਓ ਤੇ ਕਹਿੰਦੇ ਫੋਨ ਠੀਕ ਹੈ। ਮਤਲਬ ਬੰਦੇ ਨੇ ਇੰਨਾ ਵਿਸ਼ਵਾਸ ਗਵਾ ਲਿਆ ਆਪਣਾ। ਬੰਦੇ ਦੀ ਆਪਣੀ ਜਿਹੜੀ ਉਹਦੀ ਕ੍ਰੈਡੀਬਿਲਟੀ ਹੈ ਉਹ ਖਤਮ ਹੋ ਗਈ। ਬੰਦਾ ਜੋ ਮਰਜ਼ੀ ਕਹੀ ਜਾਵੇ, ਅਗਲਾ ਕਹਿੰਦਾ ਜੀ ਆਈ ਕਾਰਡ ਵਿਖਾ ਦਿਓ। ਮਤਲਬ ਕਾਗਜ਼ ਤੇ ਭਰੋਸਾ ਹੈ, ਬੰਦੇ ਤੇ ਕੋਈ ਭਰੋਸਾ ਨਹੀਂ। ਬੰਦਾ ਕੀ ਬੋਲਦਾ ਕੋਈ ਮੰਨਣ ਨੂੰ ਤਿਆਰ ਨਹੀਂ ਹੈ। ਤੁਸੀਂ ਕਹੀ ਵੀ ਜਾਓ ਜੀ ਮੈਨੂੰ ਉਹਨੇ ਘੱਲਿਆ ਜੀ, ਅਗਲਾ ਕਹਿੰਦਾ ਫੋਨ ਤੇ ਗੱਲ ਕਰਾ ਦੇ। ਉਹ ਤਾਂ ਤੁਹਾਡੇ ਕਹੇ ਦਾ ਅਰਥ ਜਿਹੜਾ ਹੈ ਉਹ ਬਿਲਕੁਲ ਮਨਫੀ ਹੋ ਚੁੱਕਾ ਹੈ, ਜ਼ੀਰੋ ਹੋ ਚੁੱਕਿਆ ਹੈ। ਮਾਂ ਤ੍ਰਿਪਤਾ ਕਹਿੰਦੀ ਹੈ ਪੁੱਤ ਫਕੀਰਾਂ ਵਾਲੇ ਕੱਪੜੇ ਉਤਾਰ ਦੇ। ਮੈਂ ਸੋਹਣੇ ਕੱਪੜੇ ਤੇਰੇ ਵਾਸਤੇ ਲੈ ਕੇ ਆਈ ਹਾਂ, ਨੀਕੇ ਬਸਤਰ ਪਹਿਰ ਤਨ ਸਜੀਏ। ਚੱਲ ਪੁੱਤ ਸੋਹਣੇ ਜਿਹੇ ਕੱਪੜੇ ਪਾ ਤੇ ਸੋਹਣਾ ਜਿਹਾ ਬਣ ਤੇ ਆਪਾਂ ਘਰ ਚੱਲੀਏ। ਹਾਂਜੀ। ਨਾਹੀ ਸੋਹਤ ਇਹ ਤੁਜ ਤਾਈ, ਮਾਨੋ ਕਹਿਓ ਮਾਤ ਬਲ ਜਾਈ। ਕਹਿਣ ਲੱਗੀ ਪੁੱਤ ਇਹ ਕੱਪੜੇ ਤੈਨੂੰ ਸੋਹਣੇ ਨਹੀਂ ਲੱਗਦੇ, ਇਹ ਜ਼ਰੂਰ ਚੇਤਾ ਰੱਖਣਾ। ਜਿਹੜੀ ਪੁਲਿਸ ਵਾਲੀ ਵਰਦੀ ਹੈ ਨਾ, ਇਹ ਬੰਦਾ ਤੁਹਾਨੂੰ ਥਾਣੇ 'ਚ ਮਿਲੇ ਤੇ ਬੜਾ ਚੰਗਾ ਲੱਗਦਾ ਹੈ। ਹੁਣ ਤੁਸੀਂ ਬਰਾਤ ਲੈ ਕੇ ਜਾ ਰਹੇ ਹੋ ਤੇ ਉਹਦੇ ਵਿੱਚ ਇੱਕ ਬੰਦਾ ਪੁਲਿਸ ਵਾਲੇ ਕੱਪੜੇ ਪਾ ਕੇ ਜਾਵੇ, ਤੁਸੀਂ ਕੀ ਕਹੋਗੇ ਉਹਨੂੰ? ਵਿਖਿਆ ਤੂੰ ਭਾਈ ਉੱਥੇ ਜਾ ਕੇ ਕੋਈ ਰੇਡ ਮਾਰਨੀ ਹੈ? ਉਹ ਆਖੇਗਾ ਜੀ ਨਹੀਂ। ਤੇ ਫਿਰ ਤੇਰੇ ਕੋਲੇ ਕੋਈ ਹੋਰ ਕੱਪੜੇ ਹੈ ਨਹੀਂ ਸੀਗੇ? ਜੇ ਵਿਆਹ ਤੇ ਚੱਲਿਆ, ਪਾਰਟੀ ਵੀਅਰ ਕਹਿੰਦੇ ਨੇ ਨਾ, ਪਾਰਟੀ ਦੇ ਕੱਪੜੇ ਵੱਖਰੇ ਹੁੰਦੇ ਨੇ, ਸੰਸਾਰੀਆਂ ਦੇ ਕੱਪੜੇ, ਦੁਨੀਆਦਾਰਾਂ ਦੇ ਕੱਪੜੇ ਵੱਖਰੇ ਨੇ। ਮਾਂ ਤ੍ਰਿਪਤਾ ਕਹਿੰਦੀ ਪੁੱਤ ਫਕੀਰਾਂ ਵਾਲੇ ਕੱਪੜਿਆਂ 'ਚ ਤੂੰ ਨਹੀਂ ਸੋਹਣਾ ਲੱਗਦਾ। ਭਾਵ ਤੂੰ ਇੱਕ ਚੰਗੇ ਰੱਜੇ ਪੁੱਜੇ ਘਰ ਦਾ ਬੱਚਾ ਹੈ, ਤਾਂ ਵੇਖ ਮੈਂ ਤੇਰੇ ਵਾਸਤੇ ਕੱਪੜੇ ਬਸਤਰ ਲੈ ਕੇ ਆਈ ਆ, ਤੇ ਸੋਹਣੇ ਬਸਤਰ ਪਾ ਜਿਹਦੇ ਨਾਲ ਤੂੰ ਸੋਹਣਾ ਲੱਗੇਗਾ। ਹਾਂਜੀ। ਸੰਤ ਸੁਭਾਏ ਤੁਮਾਰ ਸਦੀਵਾ, ਜਨ ਵਡਿਆਈ ਕੇ ਭਲ ਸੀਵਾ। ਆਖਿਆ ਮਾਂ ਕਹਿੰਦੀ ਮੈਂ ਤੇਰੇ ਤੋਂ ਸਦਕੇ ਜਾਨੀ, ਮੈਂ ਮੰਨਦੀ ਹਾਂ ਤੇਰਾ ਸੁਭਾਅ ਸਾਧੂਆਂ ਵਾਲਾ ਹੈ, ਬਹੁਤੀ ਚੰਚਲਤਾਈ ਨਹੀਂ ਹੈ, ਬਹੁਤੀ ਤ੍ਰਿਸ਼ਨਾ ਨਹੀਂ ਹੈ, ਬਹੁਤੀਆਂ ਚਲਾਕੀਆਂ ਤੇਰੇ ਸੁਭਾਅ ਵਿੱਚ ਨਹੀਂ ਹੈ। ਪੁੱਤ ਮੈਂ ਤੇਰੇ ਸੁਭਾਅ ਤੋਂ ਸਦਕੇ ਜਾਨੀ ਆ, ਪਰ ਕੱਪੜੇ ਤੇ ਸੋਹਣੇ ਪਾ। ਹਾਂਜੀ। ਗੁਰੂ ਕਹੈ ਨੀਕੇ ਪਟ ਤਾਰੇ, ਜਾਏ ਨ ਕਬਹੂ ਰਹਿ ਸ਼ਿੰਗਾਰੇ। ਅੱਗੋਂ ਸਤਿਗੁਰੂ ਕਹਿਣ ਲੱਗੇ ਮਾਂ ਮੈਂ ਤੇ ਬੜੇ ਹੀ ਸੋਹਣੇ ਕੱਪੜੇ ਪਾਉਣਾ, ਨੀਕੇ ਸੁੰਦਰ, ਜਿਹੜੇ ਜੱਚਦੇ ਹੋਣ ਸਰੀਰ ਤੇ। ਜਾਏ ਨਾ ਕਬਹੂ ਰਹੇ ਸ਼ਿੰਗਾਰੇ, ਤੇ ਮਾਂ ਕਦੇ ਮੈਨੂੰ ਸ਼ਿੰਗਾਰ ਵੀ ਨਹੀਂ ਕਰਨਾ ਪੈਂਦਾ। ਇਹ ਕੱਪੜੇ ਹੀ ਇੰਨੇ ਫੱਬਦੇ ਨੇ ਸਰੀਰ ਉੱਤੇ ਕਿ ਇਹਦੇ ਲਈ ਵੱਖਰਾ ਕੋਈ ਸ਼ਿੰਗਾਰ ਕਰਨ ਦੀ ਲੋੜ ਨਹੀਂ। ਨਹੀਂ ਤਾਂ ਤੁਸੀਂ ਵੇਖਿਆ ਬੰਦੇ ਕਮੀਜ਼ ਸਵਾਉਂਦੇ ਨੇ ਤੇ ਕਮੀਜ਼ ਨੂੰ ਸੋਨੇ ਦੇ ਬਟਨ ਲਾਉਂਦੇ ਨੇ। ਹੁਣ ਆਪਾਂ ਤਾਂ ਇਹੀ ਬਟਨ ਵੇਖੇ ਨੇ, ਸਾਰੀ ਉਮਰ ਇੱਦਾਂ ਹੀ ਲੰਘ ਗਈ ਹੈ। ਤੇ ਇਹਨਾਂ ਬਟਨਾਂ ਦੇ ਨਾਲ ਜਿਹੜੇ ਬੰਦੇ ਜਿਉਂਦੇ ਨੇ ਉਹਨਾਂ ਦੀ ਵੱਧ ਤੋਂ ਵੱਧ ਵੱਡੀ ਜਿਹੜੀ ਹੁੰਦੀ ਉਹ ਇਹ ਹੁੰਦਾ ਵੀ ਇੱਕ ਸੂਈ ਧਾਗਾ ਨਾਲ ਰੱਖੋ ਭਾਈ, ਜੇ ਕਿਤੇ ਬਟਨ ਟੁੱਟ ਜਾਏ ਤੇ ਉਹਦਾ ਕੋਈ ਹੋਰ ਹੱਲ ਤੇ ਹੈ ਨਹੀਂ। ਪਰ ਮੈਂ ਤੇ ਅਮੀਰਾਂ ਦੇ ਵੇਖੇ ਨੇ ਕੱਪੜੇ, ਉਹਨਾਂ ਦੇ ਬਟਨ ਹੁੰਦੇ ਹੀ ਨਹੀਂ। ਸ਼ਰਟ ਵੱਖਰੀ ਆਉਂਦੀ ਹੈ, ਜਦੋਂ ਸ਼ਰਟ ਪਾ ਲਈ ਜਾਂਦੀ ਹੈ ਫਿਰ ਘਰ ਦਾ ਨੌਕਰ ਜਾਂ ਘਰ ਵਾਲੀ ਇੱਕ ਡੱਬੀ ਲੈ ਕੇ ਆਉਂਦੀ ਹੈ, ਉਹਦੇ ਵਿੱਚੋਂ ਬਟਨ ਕੱਢੇ ਜਾਂਦੇ ਨੇ, ਬੜੇ ਬੜੇ ਮਹਿੰਗੇ ਬਟਨ ਹੁੰਦੇ ਨੇ। ਫਿਰ ਕੋਈ ਬਾਹਾਂ 'ਤੇ ਲਾਇਆ ਜਾਂਦਾ ਹੈ, ਕੋਈ ਕਮੀਜ਼ ਦੇ ਅੱਗੇ ਲਾਇਆ ਜਾਂਦਾ ਹੈ। ਉਹਨਾਂ ਅਮੀਰਾਂ ਦੇ ਕੱਪੜਿਆਂ ਦੇ ਬਾਹਾਂ ਦੇ ਉੱਤੇ, ਕਮੀਜ਼ ਦੇ ਉੱਤੇ ਦੋਨੋਂ ਪਾਸੇ ਚਾਕ ਹੁੰਦੇ ਨੇ। ਉਹ ਸੱਜੇ ਪਾਸੇ ਵੀ ਬਟਨ ਨਾਲ ਹੀ ਬੰਦ ਹੁੰਦਾ, ਫਿਰ ਖੱਬੇ ਪਾਸੇ ਵੀ ਬਟਨ ਨਾਲ ਹੀ ਬੰਦ ਹੁੰਦਾ। ਉਹ ਬਣਾਵਟ ਹੀ ਉਹਨਾਂ ਦੀ ਇੱਦਾਂ ਦੀ ਹੁੰਦੀ ਵੀ ਦੋਨੋਂ ਪਾਸੇ ਬਟਨ ਹੁੰਦੇ ਨੇ ਉਹਦੇ। ਇੱਥੇ ਸਤਿਗੁਰੂ ਕਹਿਣ ਲੱਗੇ ਨਹੀਂ ਮਾਂ, ਮੇਰੇ ਬਸਤਰਾਂ ਨੂੰ ਸ਼ਿੰਗਾਰ ਦੀ ਲੋੜ ਨਹੀਂ ਹੈ। ਨਹੀਂ ਤੇ ਕਈ ਵਾਰੀ ਕੱਪੜੇ ਪਾ ਕੇ ਫਿਰ ਸ਼ਿੰਗਾਰਨੇ ਪੈਂਦੇ ਨੇ। ਹੁਣ ਪੈਂਟ ਹੈ,
ਮੈਂ ਵੇਖਿਆ ਕਈਆਂ ਦੀ ਪੈਂਟ ਨਾਲੋਂ ਬੈਲਟ ਜ਼ਿਆਦਾ ਮਹਿੰਗੀ ਹੁੰਦੀ ਹੈ। ਸਾਰੇ ਬੈਲਟ ਇਸ ਕਰਕੇ ਨਹੀਂ ਪਾਉਂਦੇ ਵੀ ਉਹਨਾਂ ਦੀ ਪੈਂਟ ਡਿੱਗਦੀ ਰਹਿੰਦੀ ਹੈ ਜਵਾਕਾਂ ਵਾਂਗੂ, ਸਾਰੇ ਇਸ ਕਰਕੇ ਨਹੀਂ ਪਾਉਂਦੇ। ਬੈਲਟ ਵੀ ਇਹ ਵੀ ਇੱਕ ਟਸ਼ਨ ਹੈ। ਹੁਣ ਪੈਂਟ ਪਾ ਲਈ, ਪੈਂਟ ਦੇ ਥੱਲੇ ਜਰਾਬਾਂ ਪਾਉਂਦੇ ਨੇ। ਹੁਣ ਤੁਸੀਂ ਕੀ ਸੋਚਦੇ ਵੀ ਜਰਾਬਾਂ ਨਾ ਪਾਓਗੇ ਤੇ ਪੈਂਟ ਦੇ ਪੌਂਚੇ ਖਰਾਬ ਹੋ ਜਾਣਗੇ ਕਿਤੇ? ਨਹੀਂ, ਉਹਦਾ ਇੱਕ ਆਪਣਾ ਟਸ਼ਨ ਹੈ। ਜਿਹੜੀ ਜੁੱਤੀ ਪਾਉਂਦੇ ਨੇ ਉਹਦਾ ਇੱਕ ਆਪਣਾ ਟਸ਼ਨ ਹੈ ਲੋਕਾਂ ਦਾ। ਹੁਣ ਇਸ ਕਰਕੇ ਇਸ ਕਥਾ ਨੂੰ ਜਦੋਂ ਅਸੀਂ ਸੁਣਦੇ ਹਾਂ, ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ, ਮਾਂ ਮੈਂ ਜਿਹੜੇ ਬਸਤਰ ਪਾਏ ਨੇ ਇਹਨਾਂ ਬਸਤਰਾਂ ਨੂੰ ਜਾਏ ਨਾ ਕਬਹੂ ਰਹੇ ਸ਼ਿੰਗਾਰੇ, ਇਹਨਾਂ ਨੂੰ ਵੱਖਰੇ ਸ਼ਿੰਗਾਰ ਦੀ ਲੋੜ ਨਹੀਂ ਹੈ। ਨਹੀਂ ਤਾਂ ਕਈਆਂ ਦੇ ਕੱਪੜਿਆਂ ਦੀ ਘੜੀ ਘੜੀ ਕਰੀਜ ਹੀ ਮੁੱਕੀ ਰਹਿੰਦੀ ਹੈ, ਉਹ ਸਾਰਾ ਦਿਨ ਪ੍ਰੈਸ ਕਰਾਉਣ ਤੇ ਹੀ ਰਹਿੰਦੇ ਨੇ। ਹਵੈ ਨ ਪੁਰਾਤਨ ਸਦਾ ਨਵੀਨੇ, ਅਪਰ ਨ ਪਹਿਰਨ ਕੋ ਮਨ ਕੀਨੇ। ਮਾਂ ਮੇਰੇ ਕੱਪੜੇ ਤਾਂ ਕਦੇ ਪੁਰਾਣੇ ਹੀ ਨਹੀਂ ਹੁੰਦੇ, ਨਵੇਂ ਰਹਿੰਦੇ ਨੇ ਹਮੇਸ਼ਾ। ਮੈਨੂੰ ਕਦੇ ਕੱਪੜੇ ਬਦਲਣੇ ਨਹੀਂ ਪੈਂਦੇ, ਨਾ ਮੈਲੇ ਹੁੰਦੇ ਨੇ ਨਾ ਧੋਣੇ ਪੈਂਦੇ ਨੇ। ਹਾਂਜੀ। ਕਾਲੂ ਕਹੈ ਕਹਾਂ ਤਨ ਤਾਰੇ, ਹਮ ਨਹਿ ਤੋ ਕਬ ਨਹੀਂ ਨਿਹਾਰੇ। ਪਿਤਾ ਕਾਲੂ ਜੀ ਕਹਿਣ ਲੱਗੇ, ਉਹ ਕੱਪੜੇ ਕਿੱਥੇ ਨੇ ਬਈ? ਅਸੀਂ ਤੇ ਤੇਰੀ ਆਹ ਹੀ ਵੇਖ ਰਹੀ ਹੈ, ਆ ਜਿਹੜੀ ਤੂੰ ਚਾਦਰ ਜੀ ਓੜੀ ਰੱਖਦਾ ਤੂੰ। ਸਤਿਗੁਰੂ ਦੇ ਬਸਤਰ ਕਫੜੀ ਜੀ ਵਰਗੇ ਸਨ, ਬਿਲਕੁਲ ਸਾਧ ਮਰਾਦੇ ਜੇ ਕੱਪੜੇ ਸਤਿਗੁਰੂ ਪਾਉਂਦੇ ਸੀਗੇ। ਐਵੇਂ ਇੱਕ ਚਾਦਰ ਜੀ ਲਪੇਟੀ ਹੁੰਦੀ ਹੈ, ਜਦੋਂ ਵੀ ਤੁਸੀਂ ਉਹਨਾਂ ਦੀ ਜਿਹੜੀ ਭਾਵੇਂ ਮਨੋ ਕਲਪਤੀ ਤਸਵੀਰ ਹੈ ਵੇਖੋਗੇ, ਤੇ ਉਹਦੇ ਉੱਤੇ ਵੀ ਕੋਈ ਖਾਸ, ਕੋਈ ਵਿਸ਼ੇਸ਼, ਕੋਈ ਡਰੈਸ, ਕੋਈ ਪੁਸ਼ਾਕ ਸਤਿਗੁਰੂ ਦੀ ਕਦੇ ਨਹੀਂ ਤੁਸੀਂ ਵੇਖੀ ਹੋਣੀ। ਪਿਤਾ ਕਾਲੂ ਕਹਿਣ ਲੱਗਾ ਵੀ ਮੈਂ ਤੇ ਕਦੇ ਵੇਖਿਆ ਨਹੀਂ। ਹਮਨੇ ਤੋ ਕਬ ਨਹੀਂ ਨਹਾਰੇ, ਵੀ ਅਸੀਂ ਤਾਂ ਤੇਰੇ ਸੋਹਣੇ ਕੱਪੜੇ ਕਦੇ ਨਹੀਂ ਵੇਖੇ, ਕਦੋਂ ਪਾਉਣਾ ਤੇ ਕਿੱਥੇ ਪਾਉਣਾ ਤੂੰ? ਜੇ ਪਹਿਰੋ ਤੋ ਉਪਰ ਹੋਏ, ਜਿਨੈ ਬਿਲੋਕ ਲਿਐ ਸਭ ਕੋਏ। ਜੇ ਨਾਨਕ ਤੂੰ ਕੱਪੜੇ ਪਾਉਂਦਾ ਹੋਵੇਂ ਤੇ ਕੱਪੜੇ ਤੇਰੇ ਸਰੀਰ ਦੇ ਉੱਤੇ ਹੀ ਹੋਣਗੇ ਨਾ। ਹੁਣ ਆਪਾਂ ਇਹ ਤੇ ਕਹਿ ਸਕਦੇ ਵੀ ਕੱਪੜੇ ਹੈਗੇ ਨੇ ਜੀ, ਕੱਪੜੇ ਮੇਰੇ ਹੈਂਗਰ ਤੇ ਟੰਗੇ ਨੇ ਜੀ। ਕੱਪੜੇ ਹੈਂਗਰ ਤੇ ਨਹੀਂ ਟੰਗੀ ਦੇ, ਕੱਪੜੇ ਗਲ ਪਾਈ ਦੇ ਨੇ। ਹੈਂਗਰ ਤੇ ਵੀ ਤਾਂ ਟੰਗੀ ਦੇ ਨੇ ਜੇ ਪਾਉਣੇ ਹੋਣ ਤਾਂ। ਜੇ ਤੁਸੀਂ ਕੋਈ ਹੈਂਗਰ ਤੇ ਕੱਪੜੇ ਟੰਗੇ ਸਾਲ ਨਹੀਂ ਪਾਓਗੇ ਤਾਂ ਤੁਹਾਡੀ ਮਾਂ ਹੀ ਕਵੇਗੀ, ਘਰ ਵਾਲੀ ਵੀ ਕਵੇਗੀ ਵੀ ਮੈਂ ਕਹਿ ਜੀ ਤੂੰ ਜੇ ਤੁਸੀਂ ਨਹੀਂ ਪਾਉਣੇ ਤਾਂ ਕਾਹਨੂੰ ਹੈਂਗਰ ਤੇ ਟੰਗੇ, ਕਿਸੇ ਨੂੰ ਦੇ ਹੀ ਦਿਓ। ਹੈਂਗਰ ਤੇ ਟੰਗਣੇ ਸਾਂਭ ਸੰਭਾਲ ਹੈ। ਕੱਪੜੇ ਹੈਂਗਰ ਨਹੀਂ ਪਾਉਂਦੇ, ਕੱਪੜੇ ਬੰਦੇ ਪਾਉਂਦੇ। ਪਿਤਾ ਜੀ ਕਹਿਣ ਲੱਗੇ ਮੈਂ ਤਾਂ ਤੇਰੇ ਕੱਪੜੇ ਕਦੇ ਪਾਏ ਵੇਖੇ ਨਹੀਂ ਭਾਈ, ਕਿਉਂ ਕੱਪੜੇ ਤਾਂ ਤਨ ਤੇ ਹੀ ਪਾਏ ਜਾਂਦੇ ਨੇ। ਹਾਂਜੀ। ਗੇਰਾ ਪਿਤਾ ਕੀ ਸੁਣ ਗੁਣ ਐਨਾ, ਸਮਝਾਵਣ ਹਿਤ ਉਚਰੇ ਬੈਨਾ। ਇੱਥੇ ਫਿਰ ਸਤਿਗੁਰੂ ਜੀ ਪਿਤਾ ਜੀ ਦੇ ਇਸ ਭਰਮ ਨੂੰ ਮਟਾਉਣ ਵਾਸਤੇ ਫਿਰ ਸ਼ਬਦ ਦਾ ਅਗਲਾ ਬੰਦ ਜਿਹੜਾ ਅਗਲੀ ਪੌੜੀ ਉਚਾਰਦੇ ਨੇ। ਹਾਂਜੀ। ਪਹਿਰਨ ਕੀ ਸਭ ਰੀਤ ਬਤਾਈ, ਜਿਹ ਕਰ ਮਨਜ ਪਰਮ ਗਤ ਪਾਈ। ਸਤਿਗੁਰੂ ਕਹਿਣ ਲੱਗੇ ਪਿਤਾ ਜੀ ਇੰਜ ਪਾਈਦੇ ਨੇ ਕੱਪੜੇ, ਤੇ ਇਹਨਾਂ ਪਾਏ ਕੱਪੜਿਆਂ ਨਾਲ ਪਰਮ ਗਤੀ ਵੀ ਮਿਲਦੀ ਹੈ, ਮੁਕਤੀ ਮਿਲ ਜਾਂਦੀ ਹੈ, ਚੌਥੀ ਪਰਮ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਰਤਾ ਪਹਿਨਨ ਮਨ ਰਤਾ, ਸੋ ਪੇਹਦੀ ਸਤ ਦਾਨ। ਨੀਲੀ ਸਿਆਹੀ ਕਦਾ ਕਰਨੀ, ਪਹਿਰਨ ਪਹਿਰ ਧਿਆਨ। ਕਮਰ ਬੰਦ ਸੰਤੋਖ ਕਾ, ਧਨ ਜੋਬਨ ਤੇਰਾ ਨਾਮ। ਬਾਬਾ ਹੋਰ ਪਹਿਨਣ ਖੁਸ਼ੀ ਖੁਵਾਰ, ਜਿਤ ਪਹਿਦੇ ਤਨ ਪੀੜੀਐ, ਮਨ ਮਹਿ ਚਲੇ ਵਿਕਾਰ। ਸਤਿਗੁਰੂ ਕਹਿਣ ਲੱਗੇ ਰੱਤੇ ਕੱਪੜੇ, ਜਿੰਨੀ ਕਲਰ ਚੋਇਸ ਅੱਜ ਹੈ ਪਹਿਲਾਂ ਨਹੀਂ ਸੀ ਹੁੰਦੀ। ਜਿੰਨਾ ਇਹਨਾਂ 30-40 ਸਾਲਾਂ 'ਚ ਜ਼ਮਾਨਾ ਬਦਲਿਆ ਹੈ ਨਾ, ਪਹਿਲਾਂ ਨਹੀਂ ਸੀ ਬਦਲਿਆ, ਕਈ ਸਦੀਆਂ ਨਹੀਂ ਬਦਲਿਆ। ਰਾਜੇ ਮਹਾਰਾਜੇ ਵੀ ਕੱਪੜੇ ਰੰਗ ਕੇ ਹੀ ਪਾਉਂਦੇ ਸੀ। ਆਪਾਂ
ਵੀ 50 ਸਾਲ ਪਹਿਲਾਂ ਕੱਪੜੇ ਰੰਗ ਕੇ ਪਾਉਂਦੇ ਸੀ। ਮੈਂ ਤੇ ਖੁਦ ਵੇਖੇ ਨੇ, ਛੀਂਬਿਆਂ ਦੇ ਘਰ ਵੇਖੇ ਨੇ ਜਿੱਥੇ ਕੱਪੜਿਆਂ ਦੇ ਉੱਤੇ ਠੱਪੇ ਲੱਗਦੇ ਹੁੰਦੇ ਸੀ, ਬਕਾਇਦਾ ਕੱਪੜੇ ਰੰਗੇ ਜਾਂਦੇ ਹੁੰਦੇ ਸੀ, ਪੱਗਾਂ ਰੰਗਾਉਂਦੇ, ਚੁੰਨੀਆਂ ਰੰਗਾਉਂਦੇ। ਇਹ ਦਿਨ ਤਾਂ ਤੁਸੀਂ ਮੈਂ ਸਾਰਿਆਂ ਨੇ ਵੇਖੇ ਨੇ। ਪਰ ਜਿਹਦੀ ਉਮਰ 45 ਸਾਲ ਤੋਂ ਉੱਪਰ ਹੋਣੀ ਉਹਨੇ ਕੱਪੜੇ ਰੰਗਦੇ ਵੇਖੇ ਹੋਣੇ ਨੇ। ਇਸੇ ਕਰਕੇ ਉਹ ਜਾਤਾਂ ਸੀ ਨਾ, ਅੱਜ ਉਹ ਸਾਰੀਆਂ ਖਤਮ ਹੋ ਗਈਆਂ। ਅੱਜ ਮਹਿਰਿਆਂ ਦੀ ਜਾਤ ਕਿੱਥੇ ਹੈ? ਕਿਤੇ ਵੀ ਨਹੀਂ। ਮਹਿਰਿਆਂ ਦਾ ਕੰਮ ਦੋ ਹੁੰਦਾ ਸੀ, ਇੱਕ ਪਾਣੀ ਭਰਨਾ ਸਵੇਰੇ ਤੇ ਸ਼ਾਮ ਨੂੰ ਦਾਣੇ ਭੁੰਨਣੇ, ਇਹ ਮਹਿਰਾ ਹੋ ਗਿਆ। ਇਸੇ ਤਰ੍ਹਾਂ ਛੀਂਬੇ ਹੁੰਦੇ ਸੀ, ਕੱਪੜੇ ਰੰਗਣੇ, ਕੱਪੜੇ ਕੱਟਣੇ, ਕੱਪੜੇ ਸਿਉਣੇ। ਦਰਜੀ ਦਾ ਕੰਮ ਵੀ ਉਹੀ ਕਰਦੇ ਸੀ। ਫਿਰ ਨਾਈ ਹੁੰਦੇ ਸੀ, ਨਾਈਆਂ ਦਾ ਕੰਮ ਕੀ ਸੀ? ਲੋਕਾਂ ਦੇ ਨਹੁੰ ਵੀ ਕੱਟ ਦੇਣੇ, ਵਾਲ ਵੀ ਕੱਟ ਦੇਣੇ, ਵਿਆਹ ਸ਼ਾਦੀਆਂ 'ਚ ਦਾਲ ਸਬਜ਼ੀ ਵੀ ਬਣਾ ਦੇਣੀ। ਹਲਵਾਈ ਦਾ ਕੰਮ ਵੀ ਉਹ ਕਰਦੇ ਸੀ। ਜੁਲਾਏ ਹੁੰਦੇ ਸੀ, ਜੁਲਾਇਆਂ ਦਾ ਕੰਮ ਕੀ ਸੀ? ਕੱਪੜੇ ਤਿਆਰ ਕਰਨੇ। ਆਮ ਪਹਿਨਣ ਵਾਲੇ ਕੱਪੜੇ ਤੋਂ ਲੈ ਕੇ ਖੇਸਾਂ ਤੱਕ, ਦਰੀਆਂ ਤੱਕ ਸਭ ਜੁਲਾਈ ਬਣਾਉਂਦੇ ਸੀ। ਕਿੱਥੇ ਕੰਬਲ ਹੁੰਦੇ ਸੀ? ਕੰਬਲ ਸ਼ਬਦ ਜਿਹੜਾ ਇਹ ਕੰਬਲ ਸ਼ਬਦ ਹੀ ਨਹੀਂ ਸੀ ਹੁੰਦਾ। ਵਿਆਹ ਸ਼ਾਦੀਆਂ 'ਚ ਲੋਕਾਂ ਦੇ ਖੇਸ ਹੀ ਆਉਂਦੇ ਸੀ। ਇਹ ਜੁਲਾਇਆਂ ਦਾ ਕੰਮ ਹੁੰਦਾ ਸੀ। ਹੁਣ ਉਹ ਜਾਤਾਂ ਹੀ ਖਤਮ ਹੋ ਗਈਆਂ। ਹੁਣ ਤਾਂ ਐਵੇਂ ਕਿਸੇ ਨੂੰ ਖਿਜਾਉਣਾ ਹੋਵੇ ਤਾਂ ਉਹਦੀ ਮਗਰੋਂ ਪਿੰਡੋਂ ਪੁੱਛ ਆਉਣਗੇ। ਅਗਲਾ ਭਾਵੇਂ ਕਲਾਸ 1 ਅਫਸਰ ਹੋਵੇ, ਫਿਰ ਮਗਰੋਂ ਕਹੀ ਜਾਣਗੇ ਇਹ ਤਾਂ ਸਾਡੇ ਪਿੰਡ ਦਾ ਨਾਈ ਹੈ। ਉਹ ਗੱਲਾਂ ਕਹੀਆਂ ਆਈਆਂ। ਨਾਈ ਉਦੋਂ ਹੁੰਦੇ ਸੀ ਜਦੋਂ ਲੋਕ ਵਾਲ ਕੱਟਦੇ ਹੁੰਦੇ ਸੀ, ਜਦੋਂ ਲੋਕਾਂ ਦੇ ਨਹੁੰ ਕੱਟਦੇ ਸੀ, ਜਦੋਂ ਲੋਕਾਂ ਦੇ ਘਰਾਂ ਦਾਲ ਸਬਜ਼ੀਆਂ ਬਣਾਉਂਦੇ ਸੀ, ਉਦੋਂ ਨਾਈ ਹੁੰਦੇ ਸੀ। ਉਹ ਤਾਂ ਖਤਮ ਹੋ ਗਿਆ, ਯੁੱਗ ਬਦਲ ਗਿਆ। ਹੁਣ ਅਗਲਾ DSP ਲੱਗਾ ਹੁੰਦਾ, ਮੇਰੇ ਵਰਗਾ ਮਗਰੋਂ ਕਹੀ ਜਾ ਸਾਡੇ ਪਿੰਡ ਦਾ ਮਹਿਰਾ ਹੈ, ਹੋਰ ਹੈ ਕੀ ਹੈ। ਮਹਿਰੇ ਉਦੋਂ ਹੁੰਦੇ ਸੀ ਜਦੋਂ ਪਾਣੀ ਢਾਉਂਦੇ ਸੀ ਖੂਹਾਂ ਤੋਂ, ਜਦੋਂ ਭੱਠੀਆਂ ਤੇ ਦਾਣੇ ਭੁੰਨਦੇ ਸੀ, ਉਦੋਂ ਮਹਿਰੇ ਹੁੰਦੇ ਸੀ। ਹੁਣ ਤੇ ਉਹ ਬੰਦ ਲਿਫਾਫਾ ਆਉਂਦਾ, ਮਾਈਕ੍ਰੋਵੇਵ 'ਚ ਰੱਖੋ ਤੇ ਜਿੰਨੇ ਵਾਰੀ ਮਰਜ਼ੀ ਮੱਕੀ ਦੇ ਫੁੱਲੇ ਖਾਈ ਜਾਓ। ਕਿਸੇ ਭੱਠੀ ਤੇ ਜਾਣ ਦੀ ਕਿਹੜੀ ਲੋੜ ਹੈ? ਯੁੱਗ ਹੀ ਬਦਲ ਗਿਆ, ਸਟਾਈਲ ਜ਼ਿੰਦਗੀ ਦਾ ਸਾਰਾ ਸਿਸਟਮ ਚੇਂਜ ਹੋ ਗਿਆ। ਇੱਥੇ ਸਤਿਗੁਰੂ ਪਿਤਾ ਮਹਾਰਾਜ ਨੇ ਸਮਝਾਇਆ ਕਿ ਪਿਤਾ ਜੀ, ਜਿਹੜਾ ਰੱਤਾ ਪਹਿਨਣਾ ਹੈ, ਜੇ ਲਾਲ ਰੰਗ ਦੇ ਕੱਪੜੇ ਪਾਉਣੇ ਨੇ ਤੇ ਮਨ ਨੂੰ ਲਾਲ ਰੰਗ ਚੜਾ ਲਓ, ਕਿਉਂਕਿ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ। ਸੁਪੇਦੀ ਸਤ ਦਾਨ, ਜੇ ਚਿੱਟੇ ਕੱਪੜੇ ਪਾਉਣੇ ਨੇ ਤੇ ਸਤ ਦੇ ਧਾਰਨੀ ਹੋ ਜਾਓ ਤੇ ਦਾਨ ਕਰੋ। ਹੁਣ ਜਿਹੜਾ ਵਿਅਕਤੀ ਸੱਚਾ ਪੱਕਾ ਆਦਮੀ ਹੈ, ਆਪਾਂ ਕੀ ਕਹਿੰਦੇ ਆ? ਆਪਾਂ ਕਹਿੰਦੇ ਇਹਦੀ ਜ਼ਿੰਦਗੀ ਬਿਲਕੁਲ ਚਿੱਟੀ ਸਾਫ਼, ਚਿੱਟੀ ਚਾਦਰ ਵਰਗਾ ਇਹਦਾ ਜੀਵਨ ਹੈ। ਇਹਦਾ ਮਤਲਬ ਤੇ ਕੋਈ ਦਾਗ ਨਹੀਂ ਹੈ। ਹੁਣ ਚਿੱਟੇ ਚਾਦਰ ਵਰਗਾ ਕਿਸੇ ਦਾ ਜੀਵਨ ਉਹਦਾ ਹੋ ਸਕਦਾ ਜਿਹੜਾ ਕੋਈ ਸਤੀ ਪੁਰਖ ਹੋਵੇ, ਜਿਹਨੇ 100 ਵਾਰੀ ਝੂਠ ਬੋਲਣਾ ਹੈ, 1000 ਵਾਰੀ ਉਹਨੇ ਧੋਖੇ ਕਰਨੇ ਨੇ, ਠੱਗੀਆਂ ਕਰਨੀਆਂ ਨੇ। ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਕਿ ਇਹਦੀ ਜ਼ਿੰਦਗੀ ਤਾਂ ਚਿੱਟੀ ਚਾਦਰ ਵਰਗੀ ਹੈ ਭਾਈ? ਹੁਣ ਉਹ ਸ਼ਬਦ ਵੀ ਤਾਂ ਮੁੱਕ ਗਏ ਨਾ, ਨਾਲ ਦੀ ਨਾਲ ਸਾਰਾ ਕੁਝ ਹੀ ਗਵਾਚਦਾ ਤੁਰਿਆ ਜਾਂਦਾ। ਹੁਣ ਅੱਜ ਵੀ ਮੈਨੂੰ ਬੋਲਦਿਆਂ ਮਤਲਬ ਇਹ ਗੱਲ ਯਾਦ ਆਈ ਹੈ, ਪਰ ਇਹ ਸ਼ਾਇਦ ਪਿਛਲੇ 20 ਸਾਲਾਂ 'ਚ ਕਦੇ ਕਿਸੇ ਨੇ ਬੋਲਿਆ ਹੀ ਨਹੀਂ ਹੋਏਗਾ। ਹੁਣ ਤਾਂ ਅਸੀਂ ਉਹਦਾ ਕਹਿੰਦੇ ਨਹੀਂ ਜੀ, ਇਹਦਾ ਤਾਂ ਜਿਹੜੀ ਲਾਈਫ ਹੈ ਜੀ, ਇਹ ਤਾਂ ਬੜੀ ਮਤਲਬ ਬੜੇ ਹੋਰ ਸ਼ਬਦ ਲੈ ਕੇ ਆਉਂਦੇ ਆ। ਸਾਡੇ ਬਜ਼ੁਰਗਾਂ ਕੋਲ ਸ਼ਬਦ ਨਹੀਂ ਸੀ ਹੁੰਦੇ। ਉਹ ਤੇ ਕਹਿੰਦੇ ਸੀ ਵੀ ਇਹਦਾ ਜੀਵਨ ਕਹਿੰਦੇ ਭਾਈ ਚਿੱਟੀ ਚਾਦਰ ਵਰਗਾ, ਕੋਈ ਦਾਗ ਹੀ ਨਹੀਂ ਹੈਗਾ। ਦੂਜੇ ਦਾ ਕੀ ਕਹਿਣਾ ਇਹਦੇ ਤੇ ਜ਼ਿੰਦਗੀ ਦੀ ਚਾਦਰ ਕਹਿੰਦੇ ਮੈਲੀ ਹੈ। ਇੰਨੇ ਦਾਗ ਨੇ ਕਿ ਤੁਸੀਂ ਉਹ ਸੋਚ ਵੀ ਨਹੀਂ ਸਕਦੇ। ਅਗਰ ਚਿੱਟਾ ਰੰਗ ਪਾਉਣਾ ਹੈ ਤਾਂ ਫਿਰ ਭਾਈ ਸਤ ਦਾਨ, ਜੇ ਲਾਲ ਰੰਗ ਪਾਉਣਾ ਹੈ ਤੇ ਮਨ ਰਤਾ। ਨੀਲੀ ਸਿਆਹੀ ਕਦਾ ਕਰਨੀ, ਨੀਲੇ ਕੱਪੜੇ ਪਾਉਣੇ ਨੇ, ਕਾਲੇ ਕੱਪੜੇ ਪਾਉਣੇ ਨੇ ਤੇ ਫਿਰ ਭਾਈ ਚੰਗੀ ਕਰਨੀ ਕਰੋ। ਪਹਿਰਨ ਪੈਰ ਧਿਆਨ, ਜਿਹੜਾ ਕੱਪੜਿਆਂ ਨੂੰ ਪਾਉਣਾ ਹੈ, ਕੱਪੜੇ ਪਾਉਣ ਦੀ ਲੋੜ ਨਹੀਂ, ਧਿਆਨ ਆਪਣਾ ਠੀਕ ਕਰੋ।
ਹੁਣ ਵੇਖੋ ਨਾ, ਜਿਹਦਾ ਧਿਆਨ ਠੀਕ ਨਹੀਂ ਹੈ, ਜਿਹਦੀ ਦ੍ਰਿਸ਼ਟੀ ਠੀਕ ਨਹੀਂ ਹੈ, ਜਿਹਦੀ ਤੱਕਣੀ ਵੇਖਣੀ ਠੀਕ ਨਹੀਂ ਹੈ, ਉਹਦੇ ਧਰਮਾਤਮਾ ਵਾਲੇ ਕੱਪੜੇ ਵੀ ਕੀ ਕਰਨਗੇ? ਲੋਕ ਕਹਿੰਦੇ ਨੇ, ਕਹਿੰਦੇ ਭਾਈ ਇਹਦੀ ਵੇਖਣੀ ਠੀਕ ਨਹੀਂ ਹੈ, ਕੱਪੜਿਆਂ ਨੂੰ ਕੀ ਕਰਨਾ ਹੈ? ਫਿਰ ਕਮਰ ਬੰਦ ਸੰਤੋਖ ਆ। ਹੁਣ ਜਿਵੇਂ ਆਪਾਂ ਬੈਲਟ ਪਾਉਂਦੇ ਆ, ਪੁਰਾਣੇ ਜ਼ਮਾਨੇ 'ਚ ਬੈਲਟ ਨਹੀਂ ਸੀ ਹੁੰਦੀ, ਕਮਰ ਕੱਸਾ ਹੁੰਦਾ ਸੀ। ਹੁਣ ਕਮਰ ਬੰਦ ਕੀ ਹੈ? ਸੰਤੋਖ ਰੱਖੋ। ਧਨ ਜੋਬਨ ਤੇਰਾ ਨਾਮ। ਪਰਮਾਤਮਾ ਧਨ ਕੀ ਹੈ? ਜੋਬਨ ਕੀ ਹੈ? ਤੇਰਾ ਨਾਮ ਹੈ। ਜਿਸ ਵਿਅਕਤੀ ਦੇ ਕੋਲ ਪਰਮੇਸ਼ਰ ਦੀ ਭਗਤੀ ਹੈ, ਉਹ ਅਮੀਰ ਵੀ ਹੈ, ਉਹ ਜਵਾਨ ਵੀ ਹੈ। ਬਾਕੀ ਰਹੀ ਗੱਲ ਦੁਨੀਆ ਦੇ ਖਾਣ ਪਹਿਨਣ ਦੀ, ਕਹਿੰਦੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪਹਿਨਦੇ ਤਨ ਪੀੜੀ ਹੈ, ਮਨ ਮੈਂ ਚਲੇ ਵਕਾਰ। ਬਾਕੀ ਪਾਓ ਜੋ ਪਾਉਣਾ ਪਾਈ ਜਾਓ ਬਾਈ, ਇਹ ਤੇ ਖੁਆਰ ਹੋਣ ਵਾਲੀ ਗੱਲ ਹੈ, ਇਹ ਤੇ ਆਪਣੇ ਤਨ ਨੂੰ ਪੀੜਾ ਦੇਣ ਵਾਲੀ ਗੱਲ ਹੈ। ਇਹਦੇ ਪੀੜਾ ਦੇ ਅਰਥ ਨਹੀਂ ਹੋਣਗੇ। ਇੱਕ ਤਾਂ ਇਹ ਹੈ ਵੀ ਆਪਾਂ ਫੈਸ਼ਨ ਵਾਲੇ ਪਾਵਾਂਗੇ, ਉਹ ਇੱਕ ਅਲੱਗ ਚੀਜ਼ ਹੈ। ਇਸ ਪਹਿਨਣ ਦੀ ਇੱਕ ਆਪਣੀ ਵੀ ਪੀੜਾ ਹੈ। ਕਈ ਵਾਰੀ ਨਾ ਤੁਸੀਂ ਬੜੇ ਮਹਿੰਗੇ ਕੱਪੜੇ ਪਾ ਕੇ ਕਿਸੇ ਫੰਕਸ਼ਨ ਤੇ ਜਾਂਦੇ ਹੋ, ਤੇ ਜਦੋਂ ਅਗਲੇ ਨੇ ਤੁਹਾਡੇ ਨਾਲੋਂ ਮਹਿੰਗੇ ਪਾਏ ਹੁੰਦੇ ਨੇ, ਉਹ ਤੁਹਾਡੇ ਪਏ ਪਵਾਏ ਕੱਪੜੇ ਵੀ ਕਿਸੇ ਅਰਥ ਨਹੀਂ ਆਉਂਦੇ। ਬੰਦਾ ਆਪਣੀ ਇਨਸਲਟ ਮਹਿਸੂਸ ਕਰਦਾ ਹੈ, ਕਿਉਂਕਿ ਕੱਪੜਿਆਂ ਦੇ ਕੰਪੀਟੀਸ਼ਨ ਵਿੱਚ ਆਪਾਂ ਆਪਣੇ ਗੁਣਾਂ ਦੇ ਕੰਪੀਟੀਸ਼ਨ ਵਿੱਚ ਨਹੀਂ ਆ। ਜੇ ਗੁਣਾਂ ਦੇ ਕੰਪੀਟੀਸ਼ਨ ਵਿੱਚ ਹੋਵੋ, ਤੁਸੀਂ ਵੇਖੋ ਕੋਈ ਮਿਨਿਸਟਰ ਆਉਂਦਾ, ਕਦੇ ਤੁਸੀਂ ਵੇਖਿਆ ਵੀ ਉਹਨੇ ਕਿਹੜੇ ਕੱਪੜੇ ਪਾਏ ਨੇ? ਉਹਦਾ ਸਤਿਕਾਰ ਉਹਦੀ ਪਦਵੀ ਕਰਕੇ ਹੈ। ਤੇ ਸਾਡੇ ਕੋਲੇ ਜਦੋਂ ਪਦਵੀ ਨਹੀਂ ਹੁੰਦੀ ਤੇ ਸਾਡਾ ਸਤਿਕਾਰ ਕੱਪੜਿਆਂ ਕਰਕੇ ਹੁੰਦਾ ਹੈ। ਤੇ ਜਦੋਂ ਸਾਡੇ ਨਾਲੋਂ ਕੋਈ ਮਹਿੰਗੇ ਕੱਪੜੇ ਪਾ ਕੇ ਤੁਰਿਆ ਫਿਰਦਾ, ਉੱਥੇ ਬੰਦਾ ਵੇਖ ਲਈਏ ਤੇ ਫਿਰ ਸਾਡੀ ਉਹ ਆਪਣੇ ਆਪ 'ਚ ਹੀ ਗੁਆਚ ਜਾਂਦੀ ਹੈ ਵੀ ਮੈਂ ਤੇ ਇੰਨੇ ਮਹਿੰਗੇ ਕੱਪੜੇ ਪਾ ਕੇ ਤੇ ਮੇਰੇ ਨਾਲੋਂ ਵੀ ਮਹਿੰਗੇ ਪਾਈ ਫਿਰਦੇ ਨੇ। ਅੱਜ ਬਹੁਤੀ ਦੁਨੀਆ ਇਹਦੇ ਵਿੱਚ ਹੀ ਗਵਾਚ ਗਈ ਹੈ। ਬੜੀ ਦੁਨੀਆ ਦੀ ਬਰਬਾਦੀ ਇਸੇ ਕੰਮ 'ਚ ਹੀ ਹੋਈ ਜਾਂਦੀ ਹੈ ਕਿ ਲੋਕ ਪਹਿਨਣ ਖੁਸ਼ੀ ਖੁਆਰ ਦੇ ਵਿੱਚ ਗਵਾਚੇ ਹੋਏ ਨੇ। ਹਾਂਜੀ। ਬਾਬਰ ਬਾਤੈਂ ਤਿਆਗ ਕੈ ਕਾਲੂ ਬਹੁਰ ਅਲਾਏ। ਪਿਤਾ ਕਾਲੂ ਜੀ ਬੋਲੇ, ਕਹਿਣ ਲੱਗੇ ਨਾਨਕ ਕਿਉਂ ਕਵਲੀਆਂ ਬਾਬਰਿਆਂ ਵਾਲੀਆਂ ਗੱਲਾਂ ਕਰੀ ਜਾਂਦਾ? ਅਸੀਂ ਕਹਿੰਦੇ ਹਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ, ਤੂੰ ਅੱਗੋਂ ਅਮਲੀ ਅਮਲ ਨਾ ਅੰਬੜੇ ਦੇ ਸਾਨੂੰ ਸ਼ਬਦ ਸੁਣਾਉਣਾ। ਅਸੀਂ ਤੈਨੂੰ ਭੋਜਨ ਖਾਣ ਲਈ ਕਹਿੰਦੇ ਹਾਂ, ਤੂੰ ਸਾਨੂੰ ਹੋਰ ਹੀ ਉਪਦੇਸ਼ ਦੇਈ ਜਾਂਦਾ। ਅਸੀਂ ਤੈਨੂੰ ਕੱਪੜੇ ਪਾਉਣ ਲਈ ਕਹਿੰਦੇ ਹਾਂ, ਤੂੰ ਸਾਨੂੰ ਹੋਰ ਹੀ ਪਾਠ ਪੜ੍ਹਾਈ ਜਾਂਦਾ। ਛੱਡ ਕਮਲੀਆਂ ਗੱਲਾਂ। ਬਾਬਰ ਬਾਤੈਂ ਤਿਆਗ ਕੈ। ਪੁੱਤਰ ਨਾਨਕ, ਇਹ ਬਾਬਰੀਆਂ ਗੱਲਾਂ ਨੇ, ਕਮਲੀਆਂ ਗੱਲਾਂ ਨੇ, ਇਹਨਾਂ ਨੂੰ ਛੱਡ ਦੇ। ਹਾਂਜੀ। ਕਹਿਆ ਮਾਨ ਘਰ ਕੋ ਚਲੋ, ਫਿਰ ਆਏ ਬਹੁ ਥਾਏ। ਮੁੱਖ ਦੀ ਗੱਲ ਇਹ, ਅਸੀਂ ਤੇਰੇ ਮਾਪਿਓ ਆ, ਸਾਡੀ ਗੱਲ ਮੰਨ ਤੇ ਘਰ ਚੱਲ। ਹਾਂਜੀ। ਰਹਿਓ ਧਾਮ ਕੀਜੇ ਬਿਸਰਾਮੂ, ਜਾਵਣ ਕੋ ਨਹਿ ਲੀਜੇ ਨਾਮੂ। ਪੁੱਤ ਹੁਣ ਘਰੇ ਰਹਿਣਾ ਹੈ ਤੇ ਤੂੰ ਮੁੜ ਕੇ ਭੁੱਲ ਕੇ ਵੀ ਨਹੀਂ ਕਹਿਣਾ ਵੀ ਪਿਤਾ ਜੀ ਮੈਂ ਫਿਰ ਚੱਲਿਆ ਨਾ, ਹੁਣ ਨਹੀਂ ਜਾਣਾ। ਘਰ ਰਹਿ, ਆਰਾਮ ਕਰ, ਬਾਹਰ ਘੁੰਮਣ ਫਿਰਨ ਦੀ ਤੈਨੂੰ ਕੀ ਲੋੜ ਹੈ? ਬਾਜਣ ਪਰ ਅਰੂੜਤ ਹੋਵੋ, ਚਰਨ ਚਲਨ ਸ਼ਰਮ ਸਭ ਹੀ ਖੋਵੋ। ਚੱਲ ਪੁੱਤਰ ਮੈਂ ਤੈਨੂੰ ਘੋੜੀਆਂ ਲੈ ਕੇ ਦਵਾਂ, ਕਦੇ ਇੱਕ ਤੋਂ ਉਤਰ ਦੂਜੀ ਤੇ ਚੜ। ਆ ਜਿਹੜਾ ਤੂੰ ਪੈਦਲ ਹੀ ਤੁਰਿਆ ਫਿਰਦਾ, ਦੁਨੀਆ ਗਾਉਂਦਾ ਫਿਰਦਾ, ਇਹਦੀ ਕੀ ਲੋੜ ਹੈ? ਉਹ ਪੰਜਾਬ ਦਾ ਨੇ ਇੱਕ ਗਾਇਕ ਹੈ, ਉਹਨੇ ਸਬਕ ਤੇ ਬੜਾ ਵਧੀਆ ਦਿੱਤਾ ਉਹਨੇ। ਉਹ ਕਹਿੰਦਾ ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਹਤੀ। ਇੱਕ ਅੱਜ ਦੇ ਬਾਬੇ ਨੇ ਜਿਹਨਾਂ ਗੱਡੀ ਤੇ ਬੱਤੀ ਲਾਤੀ। ਹੁਣ ਉਹ ਵੀ ਲੋਕ ਹੈਗੇ ਨੇ ਜਿਹੜੇ ਕੱਲੀ ਗੱਡੀ ਨਾਲ ਨਹੀਂ ਸਰਦਾ, ਹੋਵੇ ਮਹਾਂਪੁਰਖ ਤੇ ਗੱਡੀ ਬਥੇਰੀ ਹੈ, ਗੱਡੀ ਦੇ ਉੱਤੇ ਫਿਰ ਬੱਤੀ ਲਾਈ ਹੁੰਦੀ, ਲਾਲ ਬੱਤੀ ਲਾਈ ਹੁੰਦੀ ਹੈ। ਮਤਲਬ ਬਾਬਾ ਹੋ ਕੇ ਉਹ MLA ਦਾ, ਮੰਤਰੀ ਦਾ, ਉਹ ਟੇਸਟ ਵੀ ਕਹਿੰਦੇ ਵੀ ਇਹ ਵੀ ਵਿੱਚੋਂ ਹੀ ਕੱਢ ਲੈਣਾ ਚਾਹੀਦਾ ਇਹਦੇ ਚੋਂ। ਨਹੀਂ ਤੇ ਸਾਧੂ ਨੂੰ ਕੀ ਸਵਾਦਾਂ ਨਾਲ ਸਾਦਗੀ ਹੋਣੀ ਚਾਹੀਦੀ।
ਹੁਣ ਪਿਤਾ ਜੀ ਕਹਿੰਦੇ ਪੁੱਤਰ ਛੱਡ ਪੈਦਲ ਤੁਰਨਾ ਬੰਦ ਕਰ, ਘਰ ਰਹਿ। ਪੁੱਤ ਤੂੰ ਰੱਜੇ ਪੁੱਜੇ ਘਰ ਦਾ ਧੀ ਪੁੱਤਰ ਹੈ, ਚੱਲ ਤੈਨੂੰ ਅਸੀਂ ਘੋੜੀਆਂ ਲੈ ਕੇ ਦਿੰਨੇ ਆ, ਜਿੱਥੇ ਆਉਣਾ ਜਾਣਾ ਹੋਵੇ ਤੂੰ ਘੋੜੀਆਂ ਤੇ ਜਾਇਆ ਕਰ। ਹਾਂਜੀ, ਸੁਨ ਸ਼੍ਰੀ ਨਾਨਕ ਬਹਿਨ ਉਚਾਰੇ, ਇਹ ਬਾਜਨ ਨਹਿ ਕਾਜ ਹਮਾਰੇ। ਅੱਗੋਂ ਸਤਿਗੁਰੂ ਕਹਿਣ ਲੱਗੇ ਪਿਤਾ ਜੀ ਇਹ ਘੋੜੀਆਂ ਤੁਹਾਡੀਆਂ ਮੇਰੇ ਕਿਸੇ ਕੰਮ ਨਹੀਂ, ਇਹ ਘੋੜੀਆਂ ਤੁਹਾਡੀਆਂ ਮੈਂ ਕੀ ਕਰਨੀਆਂ ਨੇ। ਹਾਂਜੀ, ਸੁੰਦਰ ਸਦਾ ਰਹਿਤ ਜੋ ਸੰਗਾ, ਐਸੋ ਹੈ ਮਮ ਪਾਸ ਤੁਰੰਗਾ। ਜਿਹੜਾ ਘੋੜਾ ਮੇਰੇ ਕੋਲ 24 ਘੰਟੇ ਸਦਾ ਹੈ, ਹਰ ਵਕਤ ਹੈ, ਹਰ ਪਲ ਹੈ, ਪਿਤਾ ਜੀ ਇਹ ਘੋੜਾ ਵਧੀਆ ਹੈ। ਤੁਹਾਡੇ ਵਾਲੇ ਘੋੜੇ ਮੈਂ ਕੀ ਕਰਨੇ ਨੇ, ਮੇਰੇ ਵਾਲਾ ਘੋੜਾ ਠੀਕ ਹੈ। ਹੁਣ ਘੋੜਾ ਕਿਹੜਾ ਸੀ ਗੁਰੂ ਜੀ ਕੋਲੇ? ਗੁਰੂ ਜੀ ਦੇ ਕੋਲ ਘੋੜਾ ਤੇ ਕੋਈ ਵੀ ਨਹੀਂ ਸੀਗਾ। ਹਾਂਜੀ, ਕਾਲੂ ਕਹੇ ਨਾ ਦੇਤ ਦਿਖਾਈ, ਆਸੂ ਤੁਰੰਗ ਬਾਂਧਿਓ ਕਿਹ ਥਾਈ। ਸਤਿਗੁਰੂ ਜੀ ਨੂੰ ਪਿਤਾ ਜੀ ਕਹਿਣ ਲੱਗੇ ਵੀ ਕਿਉਂ ਨਾਨਕ ਬਾਬਰੀਆਂ ਗੱਲਾਂ ਕਰਦਾ, ਤੂੰ ਪੈਦਲ ਆਇਆ, ਪੈਦਲ ਹੀ ਤੁਰਿਆ ਫਿਰਦਾ ਹੈ, ਤੇ ਜੇ ਤੇਰੇ ਕੋਲ ਘੋੜੀ ਹੈ ਤੇ ਵਿਖਾ, ਕਿੱਥੇ ਘੋੜੀ ਹੈ, ਕਿੱਥੇ ਬੱਧੀ ਹੈ। ਖੂਹ ਤੇ ਵੀ ਨਹੀਂ ਨਜ਼ਰ ਆਉਂਦੀ ਵੀ ਕਿਤੇ ਇੱਧਰ ਘੋੜੀ ਬੱਧੀ ਹੋਵੇ ਤੇ ਕਹੀਏ ਵੀ ਚਲੋ ਇਹ ਨਾਨਕ ਦੀ ਘੋੜੀ ਹੈ। ਤੇਰੇ ਕੋਲੇ ਕੋਈ ਘੋੜੀ ਨਹੀਂ ਹੈ, ਜੇ ਹੈਗੀ ਤੇ ਦੱਸ ਹੈ ਕਿੱਥੇ ਹੈ। ਸੁਣ ਪਿਤ ਕੇ ਪਜ ਪੰਕਜ ਬਦਨਾ, ਤ੍ਰਿਤੀਯ ਸ਼ਬਦ ਪਦ ਕਹੇ ਸੁਖ ਸਦਨਾ। ਫਿਰ ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਪਿਤਾ ਜੀ ਸੁਣੋ, ਮੇਰੇ ਕੋਲੇ ਘੋੜੀ ਕਿਹੜੀ ਹੈ। ਹੁਣ ਇਹ ਸ਼੍ਰੀ ਰਾਗ ਦੇ ਸ਼ਬਦ ਦਾ ਇਹ ਤੀਜਾ ਬੰਦ ਹੈ। ਪਹਿਲਾ ਸੀ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਖਾਣ ਤੇ ਉਪਦੇਸ਼ ਦਿੱਤਾ, ਫਿਰ ਵਸਤਰਾਂ ਤੇ ਉਪਦੇਸ਼ ਦਿੱਤਾ। ਹੁਣ ਇਹ ਜਿਹੜੀਆਂ ਘੋੜ ਸਵਾਰੀਆਂ ਨੇ ਉਹਦੇ ਤੇ ਉਪਦੇਸ਼ ਸਤਿਗੁਰੂ ਜੀ ਨੇ ਦਿੱਤਾ ਹੈ। ਹਾਂਜੀ, ਘੋੜੇ ਪਾਖਰ ਸੁਹਿਨੈ ਸਾਖਤ, ਬੁਝਣ ਤੇਰੀ ਬਾਟ। ਧਰ ਕਸ ਤੀਰ ਕਮਾਨ ਸਾਂਗ, ਤੇਗ ਬੰਦ ਗੁਣ ਤਾਤ। ਵਾਜਾ ਨੇਜਾ ਪਤ ਸਿਉ, ਪ੍ਰਗਟ ਕਰਮ ਤੇਰਾ ਮੇਰੀ ਜਾਤ। ਬਾਬਾ ਹੋਰ ਚੜਨਾ ਖੁਸ਼ੀ ਖੁਵਾਰ, ਜਿਤ ਚੜਿਆ ਤਨ ਪੀੜੀਐ, ਮਨ ਮਹਿ ਚੱਲੈ ਵਿਕਾਰ। ਆਖਿਆ ਪਿਤਾ ਜੀ ਘੋੜੇ ਪਾਖਰ ਇਹ ਕੀ ਨੇ? ਰੱਬ ਦੇ ਘਰ ਦਾ ਰਾਹ ਪੁੱਛ ਲਓ ਭਾਈ। ਦੇ ਤੇਜਨ ਜੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਸਰੀਰ ਵੀ ਘੋੜੀ ਜੇ, ਮਤ ਸੋਚੋ ਵੀ ਘੋੜੀ ਤੇ ਚੜੋਗੇ ਤੇ ਘੋੜੀ ਵੱਖਰੀ ਹੈ ਚਾਰ ਪੈਰਾਂ ਵਾਲੀ, ਨਹੀਂ। ਸਭ ਤੋਂ ਵਧੀਆ ਘੋੜੀ ਤੁਹਾਡਾ ਆਪਣਾ ਸਰੀਰ ਹੈ। ਦੂਜੀ ਘੋੜੀ ਤੇ ਤੁਸੀਂ ਕਹੋਗੇ ਜੀ ਅਮੀਰਾਂ ਕੋਲੇ ਹੁੰਦੀ ਹੈ, ਘੋੜੇ ਰੱਖਣੇ ਸੌਖੇ ਨਹੀਂ ਹੈ। ਕੋਈ ਠੀਕ ਹੈ ਜਿਹੜੇ ਆਪਾਂ ਘਰ ਦੇ ਸ਼ੋਰੂਮ 'ਚ ਰੱਖੇ ਨਾ, ਨਿੱਕੇ ਲਿਆ ਕੇ ਬਾਹਰੋਂ ਲੈ ਆਂਦੇ ਉਹ ਟੋਏ ਜੇ, ਤੇ ਉਹ ਬੱਚਿਆਂ ਵਾਲੇ ਘੋੜੇ ਠੀਕ ਨੇ, ਬੜੇ ਸੋਹਣੇ ਨੇ। ਕਿਤੇ ਦੂਜਾ ਸੱਚੀ ਮੁੱਚੀ ਦਾ ਘੋੜਾ ਲਿਆਓਗੇ ਤੇ ਉਹ ਖਰੀਦਣਾ ਸੌਖਾ ਹੈ, ਘੋੜਾ ਰੱਖਣਾ ਤੇ ਪਾਲਣਾ ਬਹੁਤ ਔਖਾ ਹੈ। ਉਹਦੀ ਸਾਂਭ ਸੰਭਾਲ ਜਿਹੜੀ ਹੈ ਉਹ ਬਹੁਤ ਔਖੀ ਹੈ। ਜਿਹੜੀਆਂ ਅੱਜ ਕੱਲ੍ਹ ਦੀਆਂ ਕਾਰਾਂ ਗੱਡੀਆਂ ਨੇ ਤੇ ਬੜੀਆਂ ਸੌਖੀਆਂ ਨੇ, 6 ਮਹੀਨੇ ਤੁਸੀਂ ਗੈਰੇਜ ਵਿੱਚ ਖੜੀ ਕਰ ਦਿਓ, ਖੜੀ ਰਹਿ ਗਈ। ਘੋੜੀ 6 ਮਹੀਨੇ ਨਹੀਂ ਖੜੀ ਹੁੰਦੀ। ਉਹਦੇ ਤੁਸੀਂ ਸੈਰ ਕਰਾਉਣੀ ਛੱਡ ਦਿਓਗੇ, ਐਕਸਰਸਾਈਜ਼ ਕਰਾਉਣੀ ਛੱਡ ਦਿਓਗੇ, ਉਹ ਤਾਂ ਛੱਡ ਜੇਗੀ। ਸਾਰਾ ਆਪਣਾ ਉਹਦਾ ਜਿਹੜਾ ਗੁਣ ਹੈ ਉਹ ਖਤਮ ਹੋ ਜਾਏਗਾ। ਇਸੇ ਕਰਕੇ ਘੋੜਿਆਂ ਨੂੰ ਪਾਲਣਾ, ਉਹਨਾਂ ਦੇ ਉੱਤੇ ਉਹ ਖਰਖਰਾ ਫੇਰਨਾ, ਨਵਾਉਣਾ, ਫਿਰ ਉਹਨਾਂ ਨੂੰ 10 15 20 ਮੀਲ ਰੋਜ਼ ਉਹਨਾਂ ਨੂੰ ਲੈ ਕੇ ਜਾਣਾ, ਇਹ ਉਹਨਾਂ ਦੀ ਸੰਭਾਲ ਦਾ ਇੱਕ ਹਿੱਸਾ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਪਿਤਾ ਜੀ ਇਹ ਜਿਹੜੇ ਤਰਕਸ਼ ਨੇ, ਤੀਰ ਕਮਾਨ ਨੇ, ਸਾਂਗਾਂ ਨੇ, ਤੇਗ ਬੰਦ ਨੇ, ਇਹ ਗੁਣ ਤਾਤ। ਤੁਸੀਂ ਆਪਣੇ ਅੰਦਰ ਗੁਣ ਪੈਦਾ ਕਰੋ, ਇਹ ਸ਼ਸਤਰ ਨੇ। ਰੱਬ ਦੇ ਰਸਤੇ ਦੀ ਗੱਲ ਪੁੱਛ ਲਓ, ਇਹ ਤੁਹਾਡੀ ਸਭ ਤੋਂ ਵੱਡੀ ਘੋੜੀ ਹੈ। ਇਹ ਵਾਜਾ ਨੇਜਾ ਪਤ ਸਿਉ, ਪ੍ਰਗਟ ਕਰਮ ਤੇਰਾ ਮੇਰੀ ਜਾਤ।
परमात्मा दे ਜਿਹੜੇ ਕਰਮ ਨੇ ਇਹਨੂੰ ਆਪਣੀ ਜਾਤ ਬਣਾਓ। ਹੁਣ ਬੜੇ ਲੋਕ ਨੇ ਇੱਥੇ, ਵੀਰ ਜੀ ਨਰਵੈਰ ਸਿੰਘ ਹੁੰਦੇ ਸੀ, ਹਰ ਐਤਵਾਰ ਉਹਨਾਂ ਨੇ ਸਾਰਾ ਸਰੋਵਰ ਕੀ ਪਰਿਕਰਮਾ ਕੀ ਧੋਣੀ। ਪਿੱਛੇ ਡੈਥ ਹੋ ਗਈ ਉਹਨਾਂ ਦੀ। ਉਹਨਾਂ ਦੇ ਪੁੱਤਰ ਨੇ ਮੈਨੂੰ ਫੋਨ ਕੀਤਾ, ਕਹਿੰਦਾ ਗਿਆਨੀ ਜੀ ਮੈਂ ਨਰਵੈਰ ਦਾ ਬੇਟਾ। ਮੈਂ ਕੌਣ? ਕਹਿੰਦੇ ਉਹ ਜਿਹੜਾ ਨਰਵੈਰ ਜਥਾ। ਮੈਂ ਕਿਹਾ ਮੈਂ ਪਛਾਣਿਆ ਨਹੀਂ। ਕਹਿੰਦੇ ਮੇਰੇ ਪਿਤਾ ਜੀ ਸਰੋਵਰ ਧੋਂਦੇ ਹੁੰਦੇ ਸੀ। ਹੁਣ ਦੱਸੋ ਇਹ ਕਿਹੜੀ ਜਾਤ ਹੈ? ਅੱਜ ਜਦੋਂ ਕੋਵਿਡ ਸੀਗਾ ਉਹਦੇ ਵਿੱਚ ਇੱਕ ਸੱਜਣ ਮੇਰੇ ਕੋਲ ਆਏ ਉਹ ਸੋਸ਼ਲ ਮੀਡੀਆ ਵਾਲਾ, ਇੱਕ ਟੀਵੀ ਵੀ ਲਾਇਆ ਨਾਲ। ਕਹਿੰਦੇ ਗਿਆਨੀ ਜੀ ਇੱਕ ਤੁਹਾਡੇ ਤੋਂ ਬਾਈਟ ਲੈਣੀ ਹੈ। ਮੈਂ ਕੀ? ਕਹਿੰਦੇ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਹੈ ਤੇ ਉਹਦੀ ਪਛਾਣ ਕੀ ਹੈ? ਪਛਾਣ ਇਹ ਵੀ ਉਹ ਬੰਗਲਾ ਸਾਹਿਬ ਲੰਗਰ ਦੀ ਸੇਵਾ ਕਰਦੇ ਸੀ। ਮਤਲਬ ਕੋਈ ਐਸਐਸਪੀ ਹੋਵੇ, ਕੋਈ ਡੀਸੀ ਹੋਵੇ, ਕੋਈ ਕਲੈਕਟਰ ਹੋਵੇ, ਕੋਈ ਮਿਨਿਸਟਰ ਹੋਵੇ, ਕੋਈ ਕਾਉਂਸਲਰ ਹੋਵੇ, ਕੋਈ ਐਮਐਲਏ ਹੋਵੇ। ਉਹ ਕਹਿੰਦੇ ਨਹੀਂ, ਤੁਹਾਨੂੰ ਤੁਸੀਂ ਬਾਈਟ ਵਿੱਚ ਕਹਿਣਾ ਹੈ ਕਿ ਉਹ ਬੰਗਲਾ ਸਾਹਿਬ ਲੰਗਰ ਦਾ ਸੇਵਾਦਾਰ ਸੀ। ਮਤਲਬ ਉਹਨਾਂ ਦੀ ਫੈਮਿਲੀ ਵਿੱਚ ਮਤਲਬ ਇਹ ਵੀ ਇੱਕ ਡੈਜਿਗਨੇਸ਼ਨ ਹੈ ਕਿ ਸਾਡੇ ਪਿਤਾ ਜੀ ਬੰਗਲਾ ਸਾਹਿਬ ਦੇ ਲੰਗਰ ਦੇ ਸੇਵਾਦਾਰ ਸੀ। ਗੱਲ ਤੇ ਬੜੀ ਵੱਡੀ ਮਾਣ ਵਾਲੀ ਗੱਲ ਹੈ ਜੇ ਕੋਈ ਧਰਮੀ ਹੋਵੇ ਤਾਂ। ਤੇ ਜੇ ਕੋਈ ਨਾ ਧਰਮੀ ਹੋਵੇ ਤਾਂ ਅੱਛਾ ਇਹਨਾਂ ਦਾ ਪਿਓ ਲੰਗਰ ਹੀ ਲੱਗਿਆ ਸੀ ਗੁਰਦੁਆਰੇ। ਇਹਨੂੰ ਦੂਜੇ ਅਰਥਾਂ 'ਚ ਵੀ ਬੋਲਿਆ ਜਾ ਸਕਦਾ ਤੇ ਇਹਨੂੰ ਦੂਜੇ ਅਰਥਾਂ 'ਚ ਵੀ ਲਿਆ ਜਾ, ਅੱਛਾ ਇਹਦੇ ਪਿਤਾ ਜੀ ਲੰਗਰ ਦੀ ਸੇਵਾ ਕਰਦੇ ਸੀ। ਲੰਗਰ ਦੀ ਸੇਵਾ ਤੇ ਬੜੀ ਮਹਾਨ ਹੈ। ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਤੇ ਲੋਕ ਦੇਵਤੇ ਫਰਿਸ਼ਤੇ ਕਹਿੰਦੇ ਨੇ ਭਾਈ। ਇਹ ਸਮਝਣ ਦਾ ਤਰੀਕਾ ਹੈ। ਇੱਥੇ ਵੀ ਸਤਿਗੁਰੂ ਜੀ ਨੇ ਸਮਝਾਇਆ ਕਿ ਪਿਤਾ ਜੀ ਜਿਹੜੇ ਬਾਕੀ ਹੋਰ ਘੋੜਿਆਂ ਤੇ ਘੋੜੀਆਂ ਤੇ ਚੜ੍ਹਨਾ ਹੈ ਇਹ ਤੇ ਖੁਆਰੀ ਹੈ। ਜ਼ਰੂਰਤ ਇਸ ਗੱਲ ਦੀ ਨਹੀਂ ਹੈ। ਧਿਆਨ ਰੱਖਣ ਦੀ ਇਹ ਲੋੜ ਹੈ ਕਿ ਜਿਤ ਚੜ੍ਹਿਆ ਤਨ ਪੀੜੀ ਹੈ, ਮਨ ਮੈਂ ਚਲੇ ਵਕਾਰ। ਜਿਨ੍ਹਾਂ ਦੇ ਕਰਕੇ ਤਨ ਪੀੜਤ ਹੋਵੇ, ਮਨ ਵਕਾਰੀ ਹੋਵੇ, ਉਹ ਕਰਮ ਨਹੀਂ ਕਰਨੇ ਚਾਹੀਦੇ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ